ਕਿਰਪਾ ਕਰੋ ਦੀਨ ਕੇ ਦਾਤੇ। ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ। माटी का क्या धोपै स्वामी, मानस की गत एही। माटी को पुतरा कैसे नचत है, देखे देखे सुने बोले। दोरियो फिरत है, जब कछ पावत तब गर्व करत है। माया गई तब रोवन लगत है। जुगो जुग अटल। शब्द गुरु बाणी के बोहित। तन तन ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਪਾਕ ਹਜ਼ੂਰੀ ਵਿੱਚ ਸਵਾਈਮਾਨ ਹੋਏ ਬੈਠੇ ਸਤਸੰਗੀ ਜਨੋਂ, ਅਕਾਲ ਪੁਰਖ ਨੇ ਮਨੁੱਖਾ ਜੀਵਨ ਦੀਆਂ ਅਮੋਲਕ ਘੜੀਆਂ ਬਖਸ਼ੀਆਂ। ਇਹਨਾਂ ਸਵਾਸਾਂ ਨੂੰ ਸਫਲਾ ਕਰਨ ਲਈ ਗੁਰੂ ਗੋਦ ਗੁਰੂ ਹਜ਼ੂਰੀ ਵਿੱਚ ਸੰਗਤਾਂ ਇਕੱਤਰ ਹੋਈਆਂ। ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਅੰਮ੍ਰਿਤ ਬੋਲ ਆਨੰਦ ਸਾਹਿਬ ਬਾਣੀ ਰਾਹੀਂ ਜੋ ਸਤਿਗੁਰੂ ਨੇ ਸਾਨੂੰ ਉਪਦੇਸ਼ ਸਿੱਖਿਆ ਦ੍ਰਿੜ ਕਰਾਈ ਹੈ, ਉਸ ਨੂੰ ਆਪਾਂ ਰਲ ਮਿਲ ਕੇ ਵਿਚਾਰ ਰਹੇ ਹਾਂ। ਕਿਉਂਕਿ ਜਿਹੜੀ ਗੁਰਬਾਣੀ ਹੈ, ਜਿੰਨਾ ਚਿਰ ਆਪਾਂ ਇਸ ਨੂੰ ਵਿਚਾਰਦੇ ਨਹੀਂ, ਉਨਾ ਚਿਰ ਸਾਡੇ ਜੀਵਨ ਵਿੱਚੋਂ ਆਚਾਰ ਪੈਦਾ ਨਹੀਂ ਹੁੰਦਾ। ਆਚਾਰ ਦਾ ਅਰਥ ਹੁੰਦਾ ਆਚਰਨ। ਵੈਸੇ ਵੀ ਸਤਿਗੁਰ ਨੇ ਆਪ ਹੀ ਆਖਿਆ ਹੈ, ਸਤਿਗੁਰ ਨੂੰ ਸਭ ਨੂੰ ਵੇਖਦਾ, ਜੇਤਾ ਜਗਤ ਸੰਸਾਰ ਡਿਠੈ ਮੁਕਤ ਨਾ ਹੋਵੇ, ਜਿਚਰ ਸ਼ਬਦ ਨਾ ਕਰੇ ਵਿਚਾਰ। ਇਹਨਾਂ ਅੱਖਾਂ ਨਾਲ ਆਪਾਂ ਗੁਰੂ ਨੂੰ ਦੇਖੀਏ, ਕੰਨਾਂ ਨਾਲ ਸੁਣੀਏ ਤਾਂ ਕੇਵਲ ਇੱਥੇ ਤੱਕ ਹੀ ਸਾਡੇ ਜੀਵਨ ਦੇ ਵਿੱਚੋਂ ਵਿਕਾਰਾਂ ਤੋਂ ਮੁਕਤੀ ਨਹੀਂ ਹੈ। ਇਹ ਜਿਹੜਾ ਵਿਸ਼ਾ ਹੈ ਹੋਰ ਅੱਗੇ ਦਾ ਹੈ, ਕਿਉਂਕਿ ਮੁਕਤ ਇਸ ਸਰੀਰ ਨੇ ਨਹੀਂ, ਮੁਕਤ ਸਾਡੀ ਸੁਰਤ ਨੇ ਹੋਣਾ। ਤੇ ਕਈ ਵਾਰੀ ਅੱਖਾਂ ਦੇਖਤਾ ਰਹੀਆਂ ਹੁੰਦੀਆਂ ਪਰ ਸਾਡੀ ਸੁਰਤ ਕਿਸੇ ਹੋਰ ਪਾਸੇ ਹੁੰਦੀ ਹੈ। ਕੰਨ ਸੁਣਤਾ ਰਹੇ ਹੁੰਦੇ ਨੇ, ਆਵਾਜ਼ ਕੰਨਾਂ ਵਿੱਚ ਜਾ ਰਹੀ ਹੁੰਦੀ, ਪਰ ਸੁਰਤ ਕਿਤੇ ਹੋਰ ਹੁੰਦੀ ਹੈ। ਇਸ ਕਰਕੇ ਸਾਡੇ ਜੀਵਨ ਵਿੱਚੋਂ ਜਿਹੜਾ ਫਲ ਅਸੀਂ ਪ੍ਰਾਪਤ ਕਰਨਾ ਚਾਹੁੰਦੇ ਹਾਂ, ਜਿਸ ਅਵਸਥਾ ਨੂੰ ਅਸੀਂ ਹਾਸਲ ਕਰਨਾ ਚਾਹੁੰਦੇ ਹਾਂ, ਉਹ ਹੈ ਆਨੰਦ। ਆਨੰਦ ਦੀ ਪ੍ਰਾਪਤੀ ਕਰਨੀ ਹਰ ਇੱਕ ਸਿੱਖ ਦਾ ਮਕਸਦ ਹੈ, ਹਰ ਇੱਕ ਸਿੱਖ ਦੀ ਮੰਜ਼ਿਲ ਹੈ, ਹਰ ਇੱਕ ਸਿੱਖ ਦਾ ਟਾਰਗੇਟ ਹੈ। ਇਹ ਗੱਲ ਵੱਖਰੀ ਹੈ ਕਿ ਆਨੰਦ ਪੂਰੀ ਜ਼ਿੰਦਗੀ ਕਹਿੰਦੇ ਰਹਿੰਦੇ ਹਾਂ, ਪਰ ਆਨੰਦ ਦੀ ਪ੍ਰਾਪਤੀ ਨਹੀਂ ਹੁੰਦੀ। ਕੱਲ੍ਹ ਆਪਾਂ ਵਿਚਾਰਿਆ ਸੀ। ਔਰ ਇੱਕ ਗੱਲ ਇਹ ਵੀ ਯਾਦ ਰੱਖਣਾ, ਸਤਿਗੁਰੂ ਕਹਿੰਦੇ ਇਹ ਆਨੰਦ ਦੀ ਜਿਹੜੀ ਪ੍ਰਾਪਤੀ ਹੈ ਨਾ, ਇਹ ਬੰਦੇ ਦੀ ਆਪਣੀ ਕਿਸੇ ਚਤੁਰਾਈ ਤੋਂ ਆਨੰਦ ਪ੍ਰਾਪਤ ਨਹੀਂ ਹੁੰਦਾ।
ਵੀ ਆਪਾਂ ਸੋਚੀਏ ਸਾਡੇ ਕੋਲ ਸਿਆਣਪ ਹੋਏਗੀ, ਚਤੁਰਾਈ ਹੋਏਗੀ, ਸਾਨੂੰ ਬੜੀ ਸਮਝ ਹੋਏਗੀ ਤਾਂ ਸਾਨੂੰ ਆਨੰਦ ਦੀ ਪ੍ਰਾਪਤੀ ਹੋ ਜਾਏਗੀ। ਸਾਡੀ ਸਿਆਣਪ ਚਤੁਰਾਈਆਂ ਨਾਲ ਸਾਨੂੰ ਕਦੀ ਵੀ ਆਨੰਦ ਨਹੀਂ ਮਿਲੇਗਾ। ਇਹ ਮਾਰਗ ਵੱਖਰਾ ਮਾਰਗ ਹੈ। ਉਹ ਸਤਿਗੁਰੂ ਜੀ ਅੱਜ ਸਾਨੂੰ ਦ੍ਰਿੜ ਕਰਾ ਰਹੇ ਨੇ। ਬਾਬਾ ਜਿਸ ਤੂੰ ਦੇਹੇ ਸੋਈ ਜਨ ਪਾਵੈ, ਪਾਵੈ ਤਾਂ ਸੋ ਜਨ ਦੇਹੇ, ਜਿਸ ਨੂੰ ਹੋਰ ਕਿਆ ਕਰਹਿ ਵਿਚਾਰਿਆ। ਆਓ ਪਹਿਲਾਂ ਮੂਲ ਪਾਠ ਕਰਦੇ ਹਾਂ। ਉਪਰੰਤ ਜੋ ਉਪਦੇਸ਼ ਸਤਿਗੁਰੂ ਨੇ ਸਾਨੂੰ ਦੱਸਿਆ ਉਸ ਨਾਲ ਜੁੜਾਂਗੇ। ਫਤਿਹ ਦੀ ਸਾਨ ਕਰੋ ਪਿਆਰ ਨਾਲ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜਿਸ ਤੂੰ ਦੇਹੇ, ਬਾਬਾ ਜਿਸ ਤੂੰ ਦੇਹੇ, ਸੋਈ ਜਨ ਪਾਵੈ, ਸੋਈ ਜਨ ਪਾਵੈ, ਪਾਵੈ ਤਾਂ ਸੋ ਜਨ, ਪਾਵੈ ਤਾਂ ਸੋ ਜਨ, ਦੇਹ ਜਿਸਨੋ, ਦੇਹ ਜਿਸਨੂੰ ਹੋਰ ਕਿਆ ਕਰਹਿ ਵਿਚਾਰਿਆ। ਹੋਰ ਕਿਆ ਕਰੇ ਵਿਚਾਰਿਆ। ਇੱਕ ਭਰਮ ਭੁੱਲੇ ਫਿਰੈ ਦਹਾਂ ਦਿਸ, ਇੱਕ ਭਰਮ ਭੁੱਲੇ ਫਿਰੈ ਦਹਾਂ ਦਿਸ, ਇੱਕ ਨਾਮ ਲਾਗ ਸਵਾਰਿਆ। ਇੱਕ ਨਾਮ ਲਾਗ ਸਵਾਰਿਆ। ਗੁਰ ਪ੍ਰਸਾਦੀ ਮਨ ਭਇਆ ਨਿਰਮਲ, ਗੁਰ ਪ੍ਰਸਾਦੀ ਮਨ ਭਇਆ ਨਿਰਮਲ, ਜਿਨਾ ਭਾਣਾ ਭਾਵੇ, ਜਿਨਾ ਭਾਣਾ ਪਾਵੇ। ਕਹਿ ਨਾਨਕ ਜਿਸ ਦੇਹ ਪਿਆਰੇ, ਕਹਿ ਨਾਨਕ ਜਿਸ ਦੇਹ ਪਿਆਰੇ, ਸੋਈ ਜਨ ਪਾਵਹਿ, ਸੋਈ ਜਨ ਪਾਵੇ। ਕਹਿ ਨਾਨਕ ਜਿਸ ਦੇਹ ਪਿਆਰੇ, ਕਹਿ ਨਾਨਕ ਜਿਸ ਦੇਹ ਪਿਆਰੇ, ਸੋਈ ਜਨ ਪਾਵੇ, ਸੋਈ ਜਨ ਪਾਵੇ। ਸੋਈ ਜਨ ਪਾਵੇ। ਸੋਈ ਜਨ ਪਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਕੋਈ ਚੀਜ਼ ਹੈ ਜਿਹੜੀ ਮਨੁੱਖ ਨੂੰ ਆਨੰਦਿਤ ਰੱਖਦੀ ਹੈ। ਉਸ ਨੂੰ ਗੁਰਬਾਣੀ ਵਿੱਚ ਆਖਿਆ ਗਿਆ ਹੈ ਨਾਮ, ਅਕਾਲ ਪੁਰਖ ਦੀ ਸਿਫਤ ਸਲਾਹ, ਮਾਲਕ ਦੀ ਵਡਿਆਈ। ਤੇ ਇਹ ਜਿਹੜਾ ਨਾਮ ਹੈ, ਕਿਉਂਕਿ ਜਿਸ ਦੇ ਕੋਲ ਅਕਾਲ ਪੁਰਖ ਵਾਹਿਗੁਰੂ ਦਾ ਨਾਮ, ਵਾਹਿਗੁਰੂ ਦੀ ਵਡਿਆਈ, ਪਰਮੇਸ਼ਰ ਦੀ ਸਿਫਤ ਸਲਾਹ ਆ ਗਈ, ਉਹ ਮਨੁੱਖ ਆਤਮਿਕ ਆਨੰਦ ਵਿੱਚ ਹੈ। ਹੁਣ ਜ਼ਿੰਦਗੀ ਵਿੱਚ ਇਹ ਯਤਨ ਕਰਨਾ ਕਿ ਇਹ ਨਾਮ ਸਾਨੂੰ ਕਿਵੇਂ ਪ੍ਰਾਪਤ ਹੋਵੇ। ਬਹੁਤ ਸਾਰੇ ਲੋਕ ਤਾਂ ਨਾਮਦਾਨ ਵੀ ਦਿੰਦੇ ਹਨ, ਪਰ ਉਹ ਨਾਮਦਾਨ ਦੇਣਾ ਉਹਨਾਂ ਦੀ ਆਪਣੀ ਇੱਕ ਲੋਕਾਂ ਨੂੰ ਫਸਾਉਣ ਦੀ ਇੱਕ ਚਾਲ ਹੁੰਦੀ ਹੈ ਕਿ ਅਸੀਂ ਦੇਖੋ ਨਾਮਦਾਨ ਦਿੰਦੇ ਹਾਂ ਤਾਂ ਕਿ ਇਹ ਬੰਦਾ ਸਾਡੇ ਚੁੰਗਲ ਤੋਂ ਬਾਹਰ ਨਾ ਜਾ ਸਕੇ। ਜਿਹੜਾ ਨਾਮਦਾਨ ਅਸੀਂ ਦੇ ਰਹੇ ਹਾਂ ਉਹ ਬੜੇ ਗੁਪਤ ਤਰੀਕੇ ਨਾਲ ਦਿੱਤਾ ਜਾਂਦਾ ਹੈ। ਜਿਤਨੇ ਵੀ ਤੁਸੀਂ ਦੇਖੋ ਨਾ ਡੇਰਾਵਾਦ ਹੈ, ਉਹ ਸਾਰੇ ਨਾਮਦਾਨ ਦਿੰਦੇ ਹਨ। ਔਰ ਕਿਸੇ ਨੂੰ ਪੁੱਛ ਕੇ ਵੇਖਣਾ ਵੀ ਜਿਹੜਾ ਨਾਮਦਾਨ ਮਿਲਿਆ ਕੀ ਮਿਲਿਆ, ਉਹ ਕਹਿੰਦਾ ਦੱਸਣ ਨੂੰ ਮਨਾ ਕੀਤਾ ਵੀ ਨਾਮਦਾਨ ਦੱਸਿਆ ਨਹੀਂ ਜਾ ਸਕਦਾ। ਕਈ ਰਾਧਾ ਸੁਆਮੀ ਵੀਰਾਂ ਨਾਲ ਗੱਲ ਹੋਈ ਵੀ ਤੁਹਾਨੂੰ ਨਾਮਦਾਨ ਮਿਲਿਆ, ਕਹਿੰਦੇ ਹਾਂਜੀ ਕੀ ਮਿਲਿਆ ਜੀ, ਦੱਸ ਨਹੀਂ ਸਕਦੇ, ਮਨਾ ਕੀਤਾ। ਮੈਂ ਕਿਹਾ ਮੈਂ ਦੱਸ ਦੇਵਾਂ, ਕਹਿੰਦੇ ਤੁਹਾਨੂੰ ਕਿਵੇਂ ਪਤਾ। ਮੈਂ ਕਿਹਾ ਜਿਹੜਾ ਨਾਮਦਾਨ ਤੁਹਾਨੂੰ ਦਿੱਤਾ ਜਾਂਦਾ ਉਹ ਗੁਰੂ ਗ੍ਰੰਥ ਸਾਹਿਬ ਦੇ 5 ਸ਼ਬਦ ਨੇ। ਸਤਨਾਮ ਹੈ, ਸੋਹੰਗ ਹੈ, ਨਿਰੰਕਾਰ ਹੈ, ਓਂਕਾਰ ਹੈ, ਨਿਰੰਕਾਰ ਹੈ, ਇਹੀ ਨੇ। ਕਹਿੰਦੇ ਹਾਂ। ਬਾਕੀ 5 ਅੱਖਰ ਕਿਸੇ ਨੂੰ ਦੇ ਦੇਣੇ, ਉਹ ਵੀ ਆਪਣੇ ਨਾ ਹੋਣ, ਦੂਜੇ ਦੇ ਹੋਣ, ਤੇ ਨਾਮਦਾਨ ਕਿਹਦਾ ਹੋਇਆ। ਮੈਂ ਉਧਾਰੀ ਚੀਜ਼ ਕਿਸੇ ਤੋਂ ਲੈ ਕੇ ਕਿਸੇ ਨੂੰ ਦੇ ਦੇਵਾਂ ਤਾਂ ਮੇਰੀ ਆਪਣੀ ਤੇ ਨਹੀਂ। ਕਹਿੰਦੇ ਗੱਲ ਤਾਂ ਠੀਕ ਹੈ ਸਾਡੀ। ਕਿਉਂਕਿ ਜਿਹੜੇ ਇਹ 5 ਅੱਖਰ ਨੇ ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਦਰਜ ਨੇ, ਤੇ ਉਸ ਨੂੰ ਗੁਪਤ ਕੀਤਾ ਜਾਂਦਾ ਵੀ ਦੱਸਣਾ ਨਹੀਂ ਕਿਸੇ ਨੂੰ।
ਗੁਰੂ ਸਾਹਿਬ ਜੀ ਦੀ ਬਾਣੀ ਸਾਰੀ ਜਿਹੜੀ ਹੈ ਉਹ ਬਿਲਕੁਲ ਪ੍ਰਥਕ ਤੌਰ ਤੋਂ ਪ੍ਰਗਟ ਹੈ, ਹਰ ਇੱਕ ਲਈ ਹੈ, ਕੋਈ ਲੁਕਾਓ ਨਹੀਂ ਇੱਥੇ। ਇੱਥੇ ਤਾਂ ਸਪਸ਼ਟ ਕਿਹਾ ਭਾਈ ਗੁਰਦਾਸ ਜੀ ਨੇ, ਵਾਹਿਗੁਰੂ ਜਿਹੜਾ ਹੈ ਨਾ ਉਹ ਪਰਮਾਤਮਾ ਦਾ ਨਾਮ ਹੈ। ਵਾਹਿਗੁਰੂ ਗੁਰੂ ਮੰਤਰ ਹੈ, ਜਪ ਹਉਮੈ ਖੋਈ। ਵਾਹਿਗੁਰੂ ਜਿਹੜਾ ਗੁਰਮੰਤਰ ਹੈ ਉਸ ਨੂੰ ਜਪ ਕੇ ਆਪਣੀ ਹਉਮੈ ਨੂੰ ਦੂਰ ਕਰ। ਸਾਡੇ ਵਿੱਚ ਕੋਈ ਲੁਕਾਓ ਨਹੀਂ। ਜਿਤਨੇ ਵੀ ਅੱਖਰ ਨੇ ਸਾਧੂ ਕਹਿੰਦੇ ਇਹਨਾਂ ਨੂੰ ਜਪ ਕੇ ਆਪਣੀ ਹਉਮੈ ਨੂੰ ਦੂਰ ਕਰ। ਤੇ ਜਿਹੜਾ ਨਾਮ ਦਾ ਅਸੀਂ ਲੈਂਦੇ ਨਾ ਆਪਣੀ ਚਲਾਕੀ ਨਾਲ ਦਿੰਦੇ, ਜਿਹੜੇ ਲੋਕ ਦਿੰਦੇ ਨੇ ਉਹ ਚਲਾਕੀ ਨਾਲ ਲੈਂਦੇ ਅਸੀਂ, ਝੂਠ ਬੋਲ ਕੇ, ਕਿਉਂਕਿ ਉਸ ਦੇ ਵਿੱਚ ਵੀ ਸ਼ਰਤ ਹੁੰਦੀ ਹੈ ਵੀ ਤੂੰ ਸ਼ਰਾਬ ਤੇ ਨਹੀਂ ਪੀਂਦਾ, ਉਹ ਕਹਿੰਦਾ ਨਹੀਂ ਪੀਂਦਾ ਜੀ। ਤੂੰ ਇਹ ਨਸ਼ਾ ਤੇ ਨਹੀਂ ਕਰਦਾ, ਨਹੀਂ ਕਰਦਾ ਜੀ। ਤੂੰ ਇਹ ਕੰਮ ਤੇ ਨਹੀਂ ਕਰਦਾ, ਨਹੀਂ ਕਰਦਾ। ਕਰਦੇ ਸਾਰਾ ਕੰਮ ਹੈ। ਨਾਮਦਾਨ ਲਿਆਂਦੇ ਨੇ ਦੇਣ ਵਾਲੇ ਨੂੰ, ਕਿਉਂਕਿ ਕੁਝ ਪਤਾ ਹੀ ਨਹੀਂ ਹੈ। ਉਹਨਾਂ ਨੇ ਪੁੱਛਿਆ, ਉਹਨਾਂ ਨੇ ਮਨਾ ਕਰ ਦਿੱਤੀ, ਨਾਮਦਾਨ ਦੇ ਦਿੱਤਾ, ਗੱਲ ਖਤਮ ਹੋ ਗਈ। ਪਰ ਗੁਰਸਿੱਖੀ ਦਾ ਜਿਹੜਾ ਮਾਰਗ ਹੈ, ਇੱਥੇ ਨਾਮਦਾਨ ਦੀ ਪ੍ਰਾਪਤੀ ਤੁਹਾਡੇ ਕਰਮਾਂ ਅਨੁਸਾਰ ਹੋਣੀ ਹੈ। ਪਾਓ ਕਿ ਤੁਹਾਨੂੰ ਜੋ ਗੁਰੂ ਕਾ ਰਸਤਾ ਹੈ, ਗੁਰੂ ਦਾ ਮਾਰਗ ਹੈ, ਗੁਰੂ ਕਾ ਉਪਦੇਸ਼ ਹੈ, ਪਹਿਲਾਂ ਉਹ ਕਮਾਉਣਾ ਪੈਣਾ ਹੈ। ਉਸ ਨੂੰ ਕਮਾਉਂਦਿਆਂ ਗੁਰੂ ਸਾਹਿਬ ਜੀ ਦਾ ਨਾਮ ਸਾਡੇ ਹਿਰਦੇ ਟਿਕੇਗਾ। ਜਦੋਂ ਅੰਦਰੋਂ ਸਫਾਈ ਹੋ ਜਾਏਗੀ ਨਾ ਸਾਡੇ ਔਗੁਣਾਂ ਦੀ, ਜਦੋਂ ਗੁਰੂ ਸਾਹਿਬ ਸਾਨੂੰ ਆਪਣੀ ਮੱਤ ਦੇ ਦੇਣਗੇ, ਉਸ ਮੱਤ ਤੋਂ ਬਾਅਦ ਸਾਨੂੰ ਉਸ ਸੱਚੇ ਨਾਮ ਦੀ ਪ੍ਰਾਪਤੀ ਹੋਏਗੀ। ਇਸ ਕਰਕੇ ਅੱਜ ਦਾ ਜੋ ਵਿਸ਼ਾ ਹੈ, ਗੁਰੂ ਸਾਹਿਬ ਇਹ ਸਮਝਾ ਰਹੇ ਨੇ ਕਿ ਬਾਬਾ ਜਿਸ ਤੂੰ ਦੇਹੇ ਸੋਈ ਜਨ ਪਾਵੇ। ਇਹ ਨਾਮਦਾਨ ਜਿਹੜਾ ਹੈ ਨਾ, ਆਤਮਿਕ ਆਨੰਦ ਉਹੀ ਪ੍ਰਾਪਤ ਕਰਦਾ ਹੈ। ਹੇ ਵਾਹਿਗੁਰੂ ਜੀ, ਜਿਸ ਬੰਦੇ ਨੂੰ ਤੂੰ ਆਪ ਨਾਮ ਦੀ ਦਾਤ ਬਖਸ਼ਦਾ ਹੈ, ਉਹੀ ਇਸ ਨੂੰ ਪ੍ਰਾਪਤ ਕਰ ਸਕਦਾ ਹੈ। ਇਹ ਨਾਮਦਾਨ, ਇਹ ਆਨੰਦ ਜਿਹੜਾ ਹੈ, ਮਹਾਰਾਜ ਨੇ ਕਿਸੇ ਚਤੁਰਾਈ ਨਾਲ, ਸਿਆਣਪ ਨਾਲ, ਬੰਦੇ ਦੀ ਸੂਝ ਦਾ ਫਲ ਨਹੀਂ। ਜੇ ਕਿਸੇ ਨੂੰ ਆਨੰਦ ਮਿਲ ਗਿਆ ਨਾ ਤੇ ਉਹ ਆਖੇ ਵੀ ਇਹ ਤਾਂ ਮੇਰੀ ਆਪਣੀ ਸੂਝ ਸੀ, ਮੇਰੀ ਸਿਆਣਪ ਹੈ, ਮੇਰੀ ਚਤੁਰਾਈ ਨਾਲ ਮੈਨੂੰ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਇੱਥੇ ਤਾਂ ਗੁਰਮਤਿ ਨੇ ਆਖਿਆ, ਚਤੁਰਾਈ ਨਾ ਚਤੁਰਭੁਜ ਭਾਈ ਹੈ। ਚਤੁਰਾਈ ਦੇ ਨਾਲ ਉਹ ਅਕਾਲ ਪੁਰਖ ਵਾਹਿਗੁਰੂ ਨਹੀਂ ਮਿਲਦਾ, ਤੇ ਜੇ ਉਹ ਨਹੀਂ ਮਿਲਿਆ ਤੇ ਨਾਮਦਾਨ ਵੀ ਨਹੀਂ ਮਿਲਣਾ ਤੇ ਆਨੰਦ ਵੀ ਪ੍ਰਾਪਤ ਨਹੀਂ ਹੋਣਾ। ਉੱਥੇ ਤਾਂ ਸਭ ਕੁਝ ਤਿਆਗਣਾ ਪੈਂਦਾ ਹੈ। ਇੱਥੇ ਤਾਂ ਸਹਿਜ ਸਿਆਣਪਾ ਲਖ ਹੋਹੇ ਤਾਂ ਇੱਕ ਨਾ ਚੱਲੈ ਨਾਲ, ਇੱਕ ਵੀ ਨਾਲ ਨਹੀਂ ਨਿਭਣ ਵਾਲੀ। ਆਨੰਦ ਦਾ ਮਾਰਗ ਉਹਨਾਂ ਨੂੰ ਹੀ ਹਾਸਲ ਹੁੰਦਾ ਹੈ ਜਿਹੜੇ ਆਪਣੇ ਜੀਵਨ ਵਿੱਚੋਂ ਇਹ ਚਤੁਰਾਈਆਂ, ਚਲਾਕੀਆਂ, ਆਪਣੀ ਸੋਚ ਦਾ ਪ੍ਰਗਟਾਵਾ ਛੱਡ ਦਿੰਦੇ ਹਨ ਕਿ ਇਹ ਸਾਡੀ ਸਮਝ ਦਾ, ਸਾਡੀ ਸੋਚ ਦਾ ਨਤੀਜਾ ਜੇ ਅਸੀਂ ਆਨੰਦ ਵਿੱਚ ਹਾਂ। ਨਹੀਂ, ਸਾਧੂ ਕਹਿੰਦੇ ਇਹ ਤਾਂ ਗੁਰੂ ਦੀ ਕਿਰਪਾ ਹੈ। ਜੀਵ ਇਤਨਾ ਅਲਪਗ ਹੈ ਕਿ ਇਸ ਦੇ ਰਸਤੇ ਵਿੱਚ ਮਾਇਆ ਵੱਲੋਂ ਵੱਖ-ਵੱਖ ਭੇਸਾਂ ਤੇ ਵੱਖ ਪ੍ਰਪੰਚ ਜਿਹੜੇ ਨੇ ਇਹਦੇ ਸਾਹਮਣੇ ਖੜਦੇ ਹਨ। ਸਾਡੇ ਸਾਹਮਣੇ ਸਾਡੇ ਆਨੰਦ ਵਿੱਚ ਰੁਕਾਵਟ ਕੀ ਹੈ ਗੁਰਸਿੱਖੋ? ਸਭ ਤੋਂ ਵੱਡੀ ਰੁਕਾਵਟ ਹੈ ਕਿ ਮਾਇਆ ਅਨੇਕਾਂ ਭੇਖਾਂ ਦੇ ਅੰਦਰ ਬੇਅੰਤ ਵੇਸ਼ ਧਾਰ ਕੇ ਸਾਡੇ ਸਾਹਮਣੇ ਆਉਂਦੀ ਹੈ। ਮਾਇਆ ਸਾਨੂੰ ਡੁਲਾ ਜਾਂਦੀ ਹੈ। ਆਨੰਦ ਦੇ ਨੇੜੇ ਪਹੁੰਚੇ ਹੁੰਦੇ ਆ, ਫਿਰ ਆਨੰਦ ਤੋਂ ਦੂਰ ਚਲੇ ਜਾਂਦੇ ਆ। ਕਬੀਰ ਸਾਹਿਬ ਨੇ ਤਾਂ ਹੀ ਆਖਿਆ, ਕਬੀਰ ਆਈ ਮੁਝੈ ਪੈ ਅਨਿਕ ਕਰੇ ਕਰ ਭੇਸ, ਹਮ ਰਾਖੇ ਗੁਰ ਆਪਨੇ ਉਨ ਕੀਨੋ ਆਦੇਸ। ਇਹ ਮਾਇਆ ਮੇਰੇ ਉੱਤੇ ਵੀ ਆਈ ਸੀ, ਬੜੇ ਭੇਗ ਧਾਰਨ ਕਰਕੇ ਆਈ, ਬੜੇ ਲਿਵਾਸ ਧਾਰਨ ਕਰਕੇ ਆਈ, ਪਰ ਮੈਨੂੰ ਮਾਇਆ ਤੋਂ ਮੇਰੇ ਸਤਿਗੁਰ ਨੇ ਬਚਾ ਲਿਆ। ਆਈ ਮੁਝੈ ਪੈ ਅਨਿਕ ਕਰੇ ਕਰ ਭੇਸ, ਹਮ ਰਾਖੇ ਗੁਰ ਆਪਨੇ ਉਨ ਕੀਨੋ ਆਦੇਸ। ਅਸ ਮਾਇਆ ਨੂੰ ਮੈਂ ਨਮਸਕਾਰ ਕਰ ਦਿੱਤੀ ਦੂਰੋਂ ਵੀ, ਤੈਨੂੰ ਮੇਰੀ ਨਮਸਕਾਰ ਹੈ। ਕਬੀਰ ਸਾਹਿਬ ਨੇ ਅੱਗੇ ਬੜਾ ਪਿਆਰਾ ਨੁਕਤਾ ਸਾਨੂੰ ਦੱਸਿਆ, ਕਹਿੰਦੇ ਕਿ ਤੂੰ ਮਾਇਆ ਜਦੋਂ ਭੇਗ ਧਾਰਨ ਕਰਕੇ ਆਈ ਨਾ, ਤਾਂ ਮਾਇਆ ਦੇ ਮੈਂ ਨੱਕ ਕੰਨ ਹੀ ਕੱਢ ਦਿੱਤੇ। ਨਾਕੋ ਕਾਟੀ ਕਾਨੋ ਕਾਟੀ, ਕਾਟ ਕੂਟ ਕੇ ਡਾਰੀ, ਕਹਿ ਕਬੀਰ ਸੰਤਨ ਕੀ ਬੈਰਨ, ਤੀਨ ਲੋਕ ਕੀ ਪਿਆਰੀ। ਇਹ ਤਿੰਨੇ ਲੋਕਾਂ ਨੂੰ ਪਿਆਰੀ ਲੱਗਦੀ ਹੈ ਮਾਇਆ। ਸੰਤ ਜਨਾਂ ਦੀ ਇਹ ਵੈਰਨ ਹੈ, ਕਿਉਂਕਿ ਸੰਤਾਂ ਦੇ ਅੱਗੇ ਪੇਸ ਨਹੀਂ ਜਾਂਦੀ। ਸਤਸੰਗੀ ਜਨਾਂ ਦੇ ਉੱਤੇ ਇਸ ਦਾ ਜ਼ੋਰ ਨਹੀਂ ਚੱਲਦਾ। ਇਸ ਕਰਕੇ
याद रखना जीवन ਦੇ ਅੰਦਰ ਇਹ ਜਿਹੜੀ ਮਾਇਆ ਹੈ ਨਾ ਕਈ ਰੂਪਾਂ ਵਿੱਚ ਆਉਂਦੀ ਹੈ। ਕਿਤੇ ਔਂਕੜਾਂ ਖੜੀ ਕਰਦੀ ਹੈ, ਔਂਕੜਾਂ ਖੜੀ ਕਰਕੇ ਸਾਨੂੰ ਦੁਸ਼ਵਾਰ ਕਰਦੀ ਹੈ। ਵਿਖਮ ਤੇ ਭਿਆਨਕ ਰੂਪ ਧਾਰਨ ਕਰਕੇ ਆਉਂਦੀ ਹੈ। ਦੁੱਖ ਸੁੱਖ ਦੇ ਰੂਪ ਵਿੱਚ, ਖੁਸ਼ੀ ਗਮੀ ਦੇ ਰੂਪ ਵਿੱਚ, ਵਾਧੇ ਤੇ ਘਾਟੇ ਦੇ ਰੂਪ ਵਿੱਚ। ਜਦੋਂ ਇਹ ਸਾਰੀਆਂ ਚੀਜ਼ਾਂ ਸਾਡੇ ਜੀਵਨ 'ਚ ਆਉਂਦੀਆਂ ਨਾ, ਇਹਨਾਂ ਸਭਨਾਂ ਦੇ ਹੁੰਦਿਆਂ ਅਸੀਂ ਆਪਣੀ ਮੰਜ਼ਿਲ ਵੱਲ ਵੱਧ ਨਹੀਂ ਸਕਦੇ। ਕਿਉਂਕਿ ਇਹ ਜਦੋਂ ਅਸੀਂ ਅੱਗੇ ਵੱਧਦੇ ਹਾਂ, ਅਸੀਂ ਪੋਜ਼ੀਟਿਵ ਹੁੰਦੇ ਹਾਂ, ਗੁਰੂ ਦਰ 'ਤੇ ਆਉਂਦੇ ਹਾਂ, ਵਿਚਾਰ ਸੁਣਦੇ ਹਾਂ, ਸਾਡਾ ਮਨ ਕਰਦਾ ਵੀ ਹੁਣ ਅਸੀਂ ਇਸ ਪਾਸੇ ਹੀ ਚੱਲਣਾ ਹੈ। ਸੰਗਤ ਦਾ ਕਿਉਂਕਿ ਅਸਰ ਹੁੰਦਾ ਹੈ। ਪਰ ਜਦੋਂ ਸੰਗਤ ਦੀ ਵਾਰਗਾ 'ਚੋਂ ਅਸੀਂ ਬਾਹਰ ਹੁੰਦੇ ਹਾਂ, ਫਿਰ ਉੱਥੇ ਦੇ ਇੱਥੇ ਪਹੁੰਚ ਜਾਂਦੇ ਹਾਂ। ਸਾਡੀ ਸੁਰਤ ਅੱਗੇ ਨੂੰ ਚੱਲਦੀ ਹੈ ਥੋੜ੍ਹੀ ਜਿਹੀ ਕਿ ਅੱਜ ਤੋਂ ਅਸੀਂ ਚੰਗੇ ਕੰਮ ਕਰਾਂਗੇ, ਅੱਜ ਤੋਂ ਅਸੀਂ ਝੂਠ ਨਹੀਂ ਬੋਲਾਂਗੇ, ਅੱਜ ਤੋਂ ਅਸੀਂ ਕਿਸੇ ਦਾ ਬੁਰਾ ਨਹੀਂ ਕਰਾਂਗੇ। ਇਹ ਸਾਰੀਆਂ ਚੀਜ਼ਾਂ ਸਾਡੇ ਜੀਵਨ ਦੇ ਵਿੱਚ ਆਉਂਦੀਆਂ ਨੇ। ਔਰ ਇਹ ਵੀ ਯਾਦ ਰੱਖਣ ਵਾਲੀ ਗੱਲ ਹੈ ਕਿ ਇਸ ਮਾਰਗ ਦੇ ਉੱਤੇ ਨਾਮ ਦੀ ਪ੍ਰਾਪਤੀ ਦਾ ਜਿਹੜਾ ਮਾਰਗ ਹੈ, ਆਤਮਿਕ ਆਨੰਦ ਦਾ ਜਿਹੜਾ ਮਾਰਗ ਹੈ, ਇਸ ਦੇ ਉੱਤੇ ਆਪਣੇ ਬਲਬੂਤੇ ਦੇ ਉੱਤੇ ਨਹੀਂ ਤੁਰਿਆ ਜਾ ਸਕਦਾ। ਕੋਈ ਆਖੇ ਮੈਂ ਆਪਣੇ ਜ਼ੋਰ ਦੇ ਨਾਲ ਇਹ ਆਨੰਦ ਪ੍ਰਾਪਤ ਕਰ ਲਵਾਂਗਾ, ਕਿਸੇ ਜ਼ੋਰ ਨਾਲ ਪ੍ਰਾਪਤ ਨਹੀਂ ਹੋਣਾ। ਇਸ ਲਈ ਸੱਚਾਈ ਨੂੰ ਸਵੀਕਾਰ ਵਿੱਚ ਸਾਨੂੰ ਸਾਰਿਆਂ ਨੂੰ ਇਹ ਸਵੀਕਾਰ ਕਰਨਾ ਚਾਹੀਦਾ ਹੈ। ਇਸ ਸੱਚਾਈ ਨੂੰ ਸਮਝਣਾ ਚਾਹੀਦਾ ਹੈ ਕਿ ਇਹ ਤਾਂ ਗੁਰੂ ਦੀ ਕਿਰਪਾ ਰਾਹੀਂ, ਗੁਰੂ ਦੀ ਬਖਸ਼ਿਸ਼ ਰਾਹੀਂ, ਸੰਗਤ ਦੇ ਸਹਿਯੋਗ ਦੇ ਰਾਹੀਂ ਮੈਂ ਅੱਗੇ ਵੱਧ ਸਕਦਾ। ਜਿਵੇਂ ਜਿਵੇਂ ਆਪਾਂ ਸੰਗਤ ਕਰਦੇ ਹਾਂ ਨਾ, ਅਤੇ ਸੰਗਤ ਕਰਨ ਨਾਲ ਰੱਬ ਦੇ ਉੱਤੇ ਭਰੋਸਾ ਵੱਜਦਾ ਸਾਡਾ, ਰੱਬ ਦੇ ਉੱਤੇ ਵਿਸ਼ਵਾਸ ਵੱਧਦਾ ਹੈ। ਔਰ ਜਿਵੇਂ ਜਿਵੇਂ ਅਸੀਂ ਇਸ ਮਾਰਗ ਦੇ ਉੱਤੇ ਅੱਗੇ ਵੱਧਦੇ ਹਾਂ, ਗੁਰੂ ਦੇ ਚਰਨਾਂ ਦਾ ਓਟ ਆਸਰਾ ਲੈਂਦੇ ਹਾਂ, ਯਾਦ ਰੱਖਣਾ ਫਿਰ ਗੁਰੂ ਸਾਡੀ ਇਸ ਰਸਤੇ 'ਤੇ ਤੁਰਨ ਵਾਸਤੇ ਮਦਦ ਕਰਦਾ ਹੈ, ਸਹਾਇਤਾ ਕਰਦਾ ਹੈ, ਸਾਨੂੰ ਗੱਲ ਸਮਝਾ ਦਿੰਦਾ ਹੈ ਕਿ ਇਹ ਸਭ ਕੁਝ ਤੈਨੂੰ ਪ੍ਰਾਪਤ ਤਾਂ ਹੋਣਾ ਹੈ ਜਦੋਂ ਤੂੰ ਗੁਰੂ ਦੇ ਆਖੇ ਲੱਗ ਕੇ ਆਪਣੀ ਜ਼ਿੰਦਗੀ ਨੂੰ ਜੀਵੇਂਗਾ। ਕਿਉਂਕਿ ਜਿਸ ਤਰ੍ਹਾਂ ਦੇ ਤੂੰ ਕਰਮ ਕਰਕੇ ਇਸ ਆਨੰਦ ਨੂੰ ਪ੍ਰਾਪਤ ਕਰਨਾ ਚਾਹੁੰਦਾ ਹੈ, ਅਤੇ ਇਸ ਤਰ੍ਹਾਂ ਆਨੰਦ ਦੀ ਪ੍ਰਾਪਤੀ ਨਹੀਂ। ਕਿਉਂਕਿ ਮਨ ਮੈਲਾ ਸਭ ਕੁਛ ਮੈਲਾ, ਤਨ ਧੋਤਾ ਮਨ ਹੱਛਾ ਨਾ ਹੋਏ। ਅਸੀਂ ਮੈਲੇ ਮਨ ਦੇ ਨਾਲ ਹੀ ਆਨੰਦ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਾਂ। ਸਾਨੂੰ ਪਤਾ ਕੀ ਹੁੰਦਾ ਹੈ ਵੀ ਜਿਹੜੇ ਮੇਰੇ ਅੰਦਰ ਔਗੁਣ ਨੇ, ਉਹਨਾਂ ਨੂੰ ਵੀ ਪਾਸੇ ਕਰਨ ਦੀ ਗੱਲ ਨਾ ਕਰੋ। ਮੈਨੂੰ ਇਹ ਗੱਲ ਦੱਸੋ ਵੀ ਇਸ ਆਨੰਦ ਦੀ ਪ੍ਰਾਪਤੀ ਹੋ ਜਾਏ। ਜੋ ਮੈਂ ਗਲਤੀਆਂ ਕਰ ਰਿਹਾ ਹਾਂ, ਜੋ ਔਗੁਣ ਮੇਰੇ ਜੀਵਨ ਵਿੱਚ ਨੇ, ਉਹ ਵੀ ਕੋਈ ਨਹੀਂ, ਤੂੰ ਪਏ ਰਹਿਣ ਦਿਓ, ਕੋਈ ਨਹੀਂ। ਤੁਸੀਂ ਹੋਰ ਕੋਈ ਤਰੀਕਾ ਦੱਸ ਦਿਓ ਵੀ ਉਹ ਔਗੁਣ ਵੀ ਰਹਿਣ ਅਤੇ ਆਨੰਦ ਦੀ ਪ੍ਰਾਪਤੀ ਵੀ ਹੋ ਜਾਏ। ਤਕਰੀਬਨ ਲੋਕ ਇਸ ਤਰ੍ਹਾਂ ਦੇ ਮੇਰੇ ਕੋਲ ਆਉਂਦੇ ਆ ਵੀ ਜੋ ਅਸੀਂ ਕਰ ਰਹੇ ਹਾਂ ਉਹ ਵੀ ਰਹਿਣਾ ਚਾਹੀਦਾ। ਗਲਤ ਦੇਖ ਰਹੇ ਹਾਂ, ਗਲਤ ਸੁਣ ਰਹੇ ਹਾਂ, ਗਲਤ ਬੋਲ ਰਹੇ ਹਾਂ, ਗਲਤ ਵਿਚਾਰ ਹੈ ਜੀਵਨ ਵਿੱਚ, ਜੋ ਕੁਛ ਪਿਆ ਉਹ ਵੀ ਪਿਆ ਰਹੇ ਅਤੇ ਆਨੰਦ ਦੀ ਪ੍ਰਾਪਤੀ ਵੀ ਹੋ ਜਾਵੇ। ਸਾਧੂ ਕਹਿੰਦੇ ਭਾਈ ਇੱਦਾਂ ਤਾਂ ਨਹੀਂ, ਕਿਉਂਕਿ ਜੇ ਤੇਰੇ ਮਨ ਵਿੱਚ ਮੈਲ ਹੈ, ਤੇਰਾ ਕੀਤਾ ਹੋਇਆ ਹਰ ਕਰਮ ਮੈਲਾ ਹੈ। ਪਾਠ ਵੀ ਮੈਲਾ, ਕੀਰਤਨ ਵੀ ਮੈਲਾ, ਕਥਾ ਵੀ ਮੈਲੀ, ਸੰਗਤ ਵਿੱਚ ਬੈਠਣਾ ਵੀ ਮੈਲਾ, ਕਿਉਂਕਿ ਮਨ ਮੈਲਾ ਹੈ, ਸਭ ਕੁਛ ਮੈਲਾ, ਸਭ ਕਰਮ ਮੈਲੇ ਨੇ ਕਿਉਂਕਿ ਮਨ 'ਚ ਮੈਲ ਹੈ। ਜਦੋਂ ਅਸੀਂ ਖੋਟੇ ਮਨ ਦੇ ਨਾਲ ਸੰਗਤ ਕਰਦੇ ਹਾਂ, ਆਪਣੀ ਬੜੀ ਸਿਆਣਪ ਦੇ ਨਾਲ, ਚਤੁਰਾਈ ਦੇ ਨਾਲ, ਵੀ ਲੋਕਾਂ ਨੂੰ ਪਤਾ ਲੱਗੇ ਮੈਂ ਸਤਸੰਗਤ ਕਰਦਾ, ਲੋਕਾਂ ਵਿੱਚ ਮੇਰਾ ਨਾਮ ਹੋਵੇ, ਦੇਖੋ ਮੈਂ ਬੜੇ ਧਾਰਮਿਕ ਕਰਮ ਕਰਦਾ, ਅਤੇ ਮਨ ਦੇ ਅੰਦਰ ਖੋਟ ਹੈ, ਧਾਰਮਿਕ ਕਰਮ ਦੇ ਪਿੱਛੇ ਕੁਛ ਨਾ ਕੁਛ ਵਡਿਆਈ ਲੁਕੀ ਹੋਈ ਹੈ, ਕੋਈ ਨਾ ਕੋਈ ਮਨ 'ਚ ਹੋਰ ਟੀਚਾ ਲੁਕਿਆ ਹੋਇਆ ਹੈ, ਤਾਂ ਸਾਡਾ ਉਹ ਧਰਮ ਕਰਮ ਕੀਤਾ ਵੀ ਮੈਲਾ ਹੈ। ਅਤੇ ਮਹਾਰਾਜ ਕਹਿੰਦੇ ਤਨ ਧੋਤਾ ਮਨ ਹੱਛਾ ਨਾ ਹੋਏ। ਤਨ ਦੇ ਧੋਣ ਦੇ ਨਾਲ ਮਨ ਨਿਰਮਲ ਨਹੀਂ ਹੋ ਸਕਦਾ। ਕੋਈ ਕਹਿੰਦਾ ਮੈਂ ਤੀਰਥਾਂ ਦੇ ਇਸ਼ਨਾਨ ਕਰਦਾ, ਅਤੇ ਗੁਰਦੇਵ ਪਿਤਾ ਕਹਿੰਦੇ ਸਿੱਖਾ ਯਾਦ ਰੱਖੀ, ਤੀਰਥਾਂ ਦੇ ਇਸ਼ਨਾਨ ਕੀਤਿਆਂ ਸੰਸਾਰ ਨੂੰ ਤਾਂ ਤੂੰ ਪ੍ਰਭਾਵਿਤ ਕਰ ਲਏਗਾ। ਲੋਕ ਤਾਂ ਕਹਿਣਗੇ ਦੇਖੋ ਕਿਤਨਾ ਗੁਰਮੁਖ ਹੈ, ਹਰ ਮਹੀਨੇ ਦਰਬਾਰ ਸਾਹਿਬ ਜਾਂਦਾ ਹੈ,
ਔਰ ਜੋ ਕਿਸੇ ਸਥਾਨ ਦੀ ਇਹ ਯਾਤਰਾ ਨਹੀਂ ਛੱਡਦਾ, ਯਾਤਰਾਵਾਂ ਵੀ ਲੈ ਕੇ ਜਾਂਦਾ, ਇਹ ਸਾਰੇ ਕੰਮ ਕਰਦਾ ਹੈ। ਪਰ ਗੁਰੂ ਸਾਹਿਬ ਨੂੰ ਪੁੱਛੀਏ ਨਾ ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ, ਅੰਤਰ ਮੈਲ ਜੇ ਤੀਰਥ ਨਾਮ ਹੈ, ਤਿਸ ਵੈਕੁੰਠ ਨ ਜਾਣਾ, ਲੋਗ ਪਤੀਨੇ ਕਛੂ ਨ ਹੋਵੇ, ਨਾਹੀ ਰਾਮ ਇਆਨਾ। ਅੰਦਰ ਮੈਲ ਹੈ, ਤੀਰਥਾਂ 'ਤੇ ਇਸ਼ਨਾਨ ਕਰ ਰਹੇ ਹੈ, ਲੋਕ ਪਤੀਤ ਜਾਣਗੇ, ਤੈਨੂੰ ਕਹਿਣਗੇ ਬੜਾ ਗੁਰਮੁਖ ਹੈ, ਬੜੀ ਭੱਜ ਭੱਜ ਕੇ ਟ੍ਰੇਨ ਵਿੱਚ ਸੇਵਾ ਕਰਦਾ ਹੈ ਜੀ, ਇਹਨਾਂ ਦਾ ਤਾਂ ਪ੍ਰਬੰਧ ਹੀ ਬੜਾ ਵਧੀਆ। ਮੈਨੂੰ ਕਈ ਆ ਕੇ ਕਹਿੰਦੇ ਨੇ ਵੀ ਫਲਾਣਾ ਜਿੱਥੇ ਦਾ ਤਾਂ ਪ੍ਰਬੰਧ ਹੀ ਬਹੁਤ ਵਧੀਆ, ਲੰਗਰ ਬੜਾ ਵਧੀਆ ਦਿੰਦੇ ਨੇ, ਉੱਥੇ ਤੋਂ ਲੈ ਕੇ ਉੱਥੇ ਤੱਕ ਦਰਬਾਰ ਸਾਹਿਬ ਤੱਕ ਮੂੰਹ ਹੀ ਨਹੀਂ ਰੁਕਦਾ, ਕਹਿੰਦੇ ਕਦੀ ਕੋਈ ਸਮਾਨ ਕਦੀ ਕੋਈ ਸਮਾਨ ਲਵੋਗੇ, ਤੁਸੀਂ ਖਾਣ ਹੀ ਜਾਂਦੇ ਹੋ। ਫਿਰ ਗੁਸਤਾਖੀ ਮਾਫ਼ ਕਰਨਾ, ਅਸੀਂ ਯਾਤਰਾ ਕਰ ਰਹੇ ਹਾਂ ਸਿਰਫ ਖਾਣ ਪੀਣ ਵਾਸਤੇ, 500 ਰੁਪਏ ਦਿੱਤੇ ਨੇ ਅਤੇ 1000 ਦਾ ਸਮਾਨ ਖਾ ਕੇ ਆ ਗਏ। ਧਰਮ ਸਿੱਖਣ ਥੋੜ੍ਹੀ ਗਏ ਸੀ ਇੱਥੇ, ਧਰਮ ਗ੍ਰਹਿਣ ਕਰਨ ਨਹੀਂ ਗਏ। ਗੁਸਤਾਖੀ ਮਾਫ਼ ਕਰਨਾ, ਯਾਤਰਾ ਬਹੁਤ ਵਧੀਆ ਹੋਈ ਕਿਉਂਕਿ ਇੱਧਰੋਂ ਵੀ ਬੜਾ ਸਮਾਨ ਦਿੱਤਾ ਖਾਣ ਨੂੰ, ਉੱਧਰੋਂ ਵੀ ਬੜਾ ਸਮਾਨ ਦਿੱਤਾ। ਹੈਰਾਨੀ ਦੀ ਗੱਲ ਕਿ ਜੋ ਕੁਛ ਅਸੀਂ ਯਾਤਰਾ ਕਰਕੇ ਪ੍ਰਾਪਤ ਕਰਨਾ ਸੀ, ਪੱਲੇ ਕੁਛ ਵੀ ਨਹੀਂ ਪਿਆ। ਹਾਂ, ਲੋਕ ਪਤੀਤ ਗਏ, ਰਿਸ਼ਤੇਦਾਰਾਂ ਨੇ ਆਖਿਆ ਤੂੰ ਬੜਾ ਚੰਗਾ ਬੰਦਾ, ਤੂੰ ਯਾਤਰਾ ਕਰਿਆ, ਸਾਨੂੰ ਦੱਸਿਆ ਵੀ ਨਹੀਂ। ਹਾਂ ਜੀ, ਗੁਰੂ ਸਾਹਿਬ ਨੇ ਕਰਾ ਲਈ। ਨਹੀਂ ਨਹੀਂ, ਤੂੰ ਤਾਂ ਬੜੇ ਭਾਗਾਂ ਵਾਲਾ ਹੈ, ਤੂੰ ਤਾਂ ਬੜਾ ਗੁਰਮੁਖ ਬਣ ਗਿਆ। ਹੁਣ ਕੋਈ ਕਿਹਨੂੰ ਦੱਸੇ ਵੀ ਗੁਰਮੁਖ ਯਾਤਰਾ ਕਰਨ ਨਾਲ ਕੋਈ ਨਹੀਂ ਬਣਦਾ, ਤੀਰਥਾਂ 'ਤੇ ਜਾਣ ਨਾਲ ਕੋਈ ਗੁਰਮੁਖ ਨਹੀਂ ਬਣਦਾ। ਦੇਖੋ, ਇਹ ਭਗਤਾਂ ਨੇ ਜਿਹੜਾ ਉਪਦੇਸ਼ ਸਾਨੂੰ ਦਿੱਤਾ, ਗੁਰੂ ਸਾਹਿਬਾਨਾਂ ਨੇ ਜਿਹੜਾ ਉਪਦੇਸ਼ ਸਾਨੂੰ ਬਖਸ਼ਿਆ, ਇਸ ਨੂੰ ਸਾਨੂੰ ਮਨਨ ਕਰਨਾ ਪਏਗਾ। ਉਹ ਕਹਿੰਦੇ ਨੇ, ਅੰਤਰ ਮੈਲ ਜੇ ਤੀਰਥ ਨਾਮੈ, ਤਿਸ ਵੈਕੁੰਠ ਨਾ ਜਾਣਾ। ਤੂੰ ਵੈਕੁੰਠ ਨੂੰ ਨਹੀਂ ਜਾਣ ਸਕਦਾ। ਹਾਂ, ਇੱਕ ਕੰਮ ਜ਼ਰੂਰ ਹੋ ਸਕਦਾ, ਲੋਕ ਪਤੀਨੇ, ਲੋਕ ਪਤੀਤ ਜਾਣਗੇ, ਤੈਨੂੰ ਗੁਰਮੁਖ ਕਹਿਣਗੇ, ਤੈਨੂੰ ਮੱਥਾ ਟੇਕਣਗੇ, ਤੈਨੂੰ ਫਤਿਹ ਬੁਲਾਉਣਗੇ, ਤੇਰਾ ਸਤਿਕਾਰ ਕਰਨਗੇ ਵੀ ਇਹ ਬੜਾ ਗੁਰਮੁਖ ਹੈ, ਯਾਤਰਾ 'ਤੇ ਗਿਆ ਸੀ। ਪਰ ਸਤਿਗੁਰੂ ਕਹਿੰਦੇ ਨਾਹੀ ਰਾਮ ਇਆਨਾ, ਪਰ ਪਰਮਾਤਮਾ 'ਤੇ ਅਣਜਾਣ ਨਹੀਂ ਹੈ। ਉਹਨੂੰ ਪਤਾ ਹੈ ਵੀ ਤੂੰ ਯਾਤਰਾ ਕਿੱਦਾਂ ਦੀ ਕੀਤੀ ਹੈ, ਤੂੰ ਤੀਰਥ ਕਿੱਦਾਂ ਗਿਆ ਸੀ, ਤੇਰੇ ਅੰਦਰ ਦੀ ਭਾਵਨਾ ਕੀ ਸੀ। ਬਹੁਤੇ ਲੋਕ ਤਾਂ ਯਾਤਰਾ 'ਤੇ ਜਾ ਰਹੇ ਨੇ, ਕਹਿੰਦੇ ਜੀ ਅਸੀਂ ਜੋ ਆਪਣੀ ਸੁਖਨਾ ਉਤਾਰਨ ਜਾ ਰਹੇ ਨੇ। ਸੁਖਨਾ ਤਾਂ ਇੱਦਾਂ ਹੀ ਹੈ ਨਾ, ਜਿਵੇਂ ਕਿ ਆਪਾਂ ਅਸਲ ਦੇ ਵਿੱਚ ਆਪਣੀ ਚਲਾਕੀ ਦੇ ਨਾਲ ਕੁਛ ਮੰਗ ਲਈਏ, ਉਹ ਮਿਲ ਜਾਏ ਅਤੇ ਅਸੀਂ ਉਹਨਾਂ ਦਾ ਧੰਨਵਾਦ ਕਰੀਏ ਨਾ। ਜਿਵੇਂ ਕੋਈ ਚੀਜ਼ ਸਾਨੂੰ ਕੋਈ ਦੇ ਦਿੰਦਾ ਨਾ, ਅਤੇ ਅਸੀਂ ਉਹਦਾ ਧੰਨਵਾਦ ਕਰਦੇ, ਥੈਂਕਸ ਕਰਦੇ। ਸੁਖਨਾ ਉਤਾਰਨ ਗਏ ਸੀ, ਚਲ ਗੁਰੂ ਕੋਲੋਂ ਕੁਛ ਮੰਗਿਆ ਸੀ, ਠੀਕ ਹੈ, ਗੁਰੂ ਦਾ ਧੰਨਵਾਦ ਕਰਨ ਵੀ ਗਿਆ ਸੀ, ਪਰ ਗੁਰੂ ਕੋਲੋਂ ਗਿਆਨ 'ਤੇ ਲੈ ਕੇ ਆਉਂਦਾ। ਗੁਰੂ ਨੂੰ ਪੁੱਛਦਾ ਤੇ ਸੀ ਸੱਚੇ ਪਾਤਸ਼ਾਹ ਵੀ ਮੈਂ ਜੀਵਨ ਕਿੱਦਾਂ ਜੀਉਣਾ। ਪਰ ਮੈਨੂੰ ਕਈ ਵਾਰੀ ਇੰਝ ਲੱਗਦਾ ਕਿ ਜਦੋਂ ਤੁਸੀਂ ਦਰਬਾਰ ਸਾਹਿਬ ਜਾਂਦੇ ਹੋ, ਇਸ ਗੁਰਦੁਆਰਾ ਸਾਹਿਬ ਦੇ ਵਿੱਚ ਜਾਂ ਕਿਸੇ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਜਾਂਦੇ ਹੋ, ਉੱਥੇ ਦਾ ਮੁੱਖ ਵਾਕ ਸਾਨੂੰ ਦੱਸ ਰਿਹਾ ਹੁੰਦਾ ਕਿ ਸਿੱਖਾ ਤੂੰ ਕੀ ਕੰਮ ਕਰਨਾ, ਕਿਹੜੇ ਕਰਮ ਕਰਨੇ, ਕਿਹੜੇ ਨਹੀਂ ਕਰਨੇ। ਪਰ ਉਸ 'ਤੇ ਤਾਂ ਸਾਡਾ ਕੋਈ ਅਮਲ ਹੀ ਨਹੀਂ ਹੁੰਦਾ। ਇਸ ਕਰਕੇ ਗੁਰੂਦੇਵ ਪਿਤਾ ਸਾਨੂੰ ਇੱਕ ਗੱਲ ਇੱਥੇ ਸਮਝਾਉਣਾ ਚਾਹੁੰਦੇ ਨੇ ਕਿ ਜੇ ਤੇਰੇ ਮਨ ਦੇ ਅੰਦਰ ਮੈਲ ਹੈ, ਤੇਰੇ ਸਾਰੇ ਕਰਮ ਮੈਲੇ ਹਨ। ਜੇ ਤੀਰਥਾਂ 'ਤੇ ਆ ਕੇ ਤੂੰ ਆਪਣਾ ਤਨ ਧੋ ਵੀ ਲਿਆ, ਯਾਦ ਰੱਖੀ ਤਾਂ ਅੰਦਰ ਮਨ ਨਿਰਮਲ ਨਹੀਂ ਹੋਣਾ, ਕਿਉਂਕਿ ਮਨ ਦੀ ਮੈਲ ਕੱਟਣ ਦਾ ਵਾਹਿਦ ਨੁਕਸਾ ਇੱਕੋ ਹੀ ਇੱਕ ਹੈ। ਯਾਦ ਰੱਖਿਓ, ਜੇ ਮਨ ਦੀ ਮੈਲ ਕੱਟਣੀ ਹੈ ਨਾ, ਤਾਂ ਉਹਦਾ ਇੱਕੋ ਇੱਕ ਤਰੀਕਾ ਹੈ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾ ਮੈਂ ਕਹਿ ਰੰਗ। ਹੋਰ ਕੋਈ ਤਰੀਕਾ ਹੈ ਹੀ ਨਹੀਂ। ਨਾਮ ਦੀ ਰੰਗਤ ਦੇ ਨਾਲ, ਨਾਮ ਨਾਲ ਜੁੜ ਕੇ, ਤੇ ਨਾਮ ਨਾਲ ਤਾਂ ਜੁੜਾਂਗੇ ਜਦੋਂ ਅਕਾਲ ਪੁਰਖ ਦੀ ਕਿਰਪਾ ਹੋਏਗੀ। ਕਿਰਪਾ ਉਦੋਂ ਹੋਏਗੀ ਜਦੋਂ ਅਸੀਂ ਆਪਾ ਭਾਉ ਬਾਰ ਕੇ ਗੁਰੂ ਦੇ ਚਰਨਾਂ ਵਿੱਚ ਆਵਾਂਗੇ। ਦੇਖੋ ਨਾ, ਆਪਾਂ ਜੇ ਇਹ ਦਾਤ ਲੈਣੀ ਹੈ ਨਾ, ਨਾਮ ਦੀ ਦਾਤ, ਇਹ ਸਾਰਿਆਂ ਨੂੰ ਇਸ ਕਰਕੇ ਨਹੀਂ ਮਿਲਦੀ ਕਿਉਂਕਿ ਇਹ ਸਾਰੇ ਸੰਭਾਲ ਨਹੀਂ ਸਕਦੇ ਨਾ। ਬਾਕੀ ਦਾਤਾਂ ਸਾਰਿਆਂ ਨੂੰ ਮਿਲ ਜਾਂਦੀਆਂ ਨੇ, ਪੁੱਤਰ, ਧੀ, ਧਨ, ਪਦਾਰਥ, ਕਾਰੋਬਾਰ, ਬਾਕੀ ਚੀਜ਼ਾਂ ਜੋ ਅਸੀਂ ਮੰਗਦੇ ਹਾਂ, ਵਿਦਿਆ, ਹੋਰ ਚੀਜ਼ਾਂ ਜਿਹੜੀਆਂ ਅਸੀਂ ਮੰਗਦੇ ਹਾਂ, ਸਾਨੂੰ ਸਾਰੀਆਂ ਚੀਜ਼ਾਂ ਗੁਰੂ ਦੇ ਦਿੰਦਾ। ਪਰ ਨਾਮਦਾਨ ਕਿਸੇ ਵਿਰਲੇ ਨੂੰ ਦਿੰਦਾ। ਨਾਮ ਦੀ ਦਾਤ ਕਿਸੇ ਵਿਰਲੇ ਨੂੰ ਹਾਸਲ ਹੁੰਦੀ ਹੈ। ਉਸਦਾ ਕਾਰਨ ਹੀ ਇੱਕੋ ਹੈ, ਕਿਉਂਕਿ ਨਾਮ ਨੂੰ ਹਰ ਇੱਕ ਬੰਦਾ ਆਪਣੇ ਹਿਰਦੇ 'ਚ ਟਿਕਾ ਨਹੀਂ ਸਕਦਾ। ਗੁਰੂ ਨੇ
ਜੀਵਨ ਜਾਚ ਦੇ ਦਿੱਤੀ, ਨਾਮਦਾਨ ਬਖਸ਼ਿਸ਼ ਕਰ ਦਿੱਤਾ। ਅਸੀਂ ਜੋ ਹੋਰ ਪਾਸੇ ਚਲੇ ਜਾਣਾ, ਨਾਮ ਦੇ ਰਾਹੀਂ ਅਸੀਂ ਗਲਤ ਪਾਸੇ ਚਲੇ ਜਾਣਾ ਹੈ, ਕਿਉਂਕਿ ਸਾਡੇ ਫਿਰ ਬੋਲਾਂ ਵਿੱਚ ਤਾਕਤ ਆ ਜਾਣੀ ਹੈ। ਕੁਝ ਬੋਲਾਂਗੇ ਉਹ ਸੱਤ ਹੋ ਜਾਣਾ, ਸਾਡੇ ਕਰਮਾਂ 'ਚ ਤਾਕਤ ਆ ਜਾਣੀ ਹੈ, ਅਤੇ ਅਸੀਂ ਫਿਰ ਉਸ ਨੂੰ ਗਲਤ ਪਾਸੇ ਵਰਤਣਾ ਸ਼ੁਰੂ ਕਰ ਦਿੰਦੇ ਵੀ ਹੁਣ ਮੇਰੇ ਬੋਲਾਂ ਵਿੱਚ ਤਾਕਤ ਆ ਗਈ। ਅਸੀਂ ਭਗਤੀ ਨੂੰ ਸਮਝਦੇ ਹਾਂ, ਇਹ ਜਾਣ ਤੋਂ ਰੁਕ ਜਾਂਦੇ ਹਾਂ ਕਿ ਸਾਨੂੰ ਰਿੱਧੀਆਂ ਸਿੱਧੀਆਂ ਪ੍ਰਾਪਤ ਹੋ ਗਈਆਂ, ਕਿਉਂਕਿ ਗੁਰਬਾਣੀ ਆਖਦੀ ਹੈ ਰਿੱਧ ਸਿੱਧ ਅਵਰਾ ਸਾਧ। ਠੀਕ ਹੈ, ਜੇ ਨਾਮ ਨਾਲ ਜੁੜਾਂਗੇ, ਗੁਰੂ ਚਰਨਾਂ ਵਿੱਚ ਆਵਾਂਗੇ, ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹਿ, ਏਕ ਸ਼ਬਦ ਲਿਵ ਲਾਏ ਨਵ ਨਿਧੀ 18 ਸਿੱਧੀ, ਪਿੱਛੇ ਲੱਗੀਆਂ ਫਿਰੈ ਜੋ ਹਰ ਹਿਰਦੈ ਸਦਾ ਵਸਾਏ। ਜੇ ਹਿਰਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਵਸਾ ਲਵਾਂਗੇ ਤੇ ਇਹ ਦਾਤਾਂ ਸਾਡੇ ਪਿੱਛੇ ਫਿਰਦੀਆਂ, ਮਗਰ ਲੱਗੀਆਂ ਫਿਰਦੀਆਂ, ਪਰ ਅਸੀਂ ਇਹਨਾਂ ਵਿੱਚ ਆ ਕੇ ਫਸ ਜਾਂਦੇ ਹਾਂ। ਬਾਬਾ ਸ਼ੇਖ ਫਰੀਦ ਜੀ ਨਾ ਕਈ ਸਾਲ ਉਹਨਾਂ ਨੇ ਬੰਦਗੀ ਕੀਤੀ, ਜੰਗਲ ਵਿੱਚ ਗਏ, ਜਪ ਤਪ ਕੀਤਾ, ਸਾਧਨਾ ਸਾਧੀ, ਆਪਣੇ ਆਪ ਨੂੰ ਸਾਧਿਆ। ਭਾਵੇਂ ਬਾਅਦ ਦੇ ਵਿੱਚ ਉਹਨਾਂ ਨੇ ਸਪਸ਼ਟ ਕਹਿ ਦਿੱਤਾ, ਫਰੀਦਾ ਜੰਗਲ ਜੰਗਲ ਕਿਆ ਭਵੇਂ ਬਨਕੰਡਾ ਮੋੜੇ, ਵਸੀ ਰੱਬ ਹਿਆਲੀਐ ਜੰਗਲ ਕਿਆ ਢੂੰਡੇ। ਵੀ ਜੰਗਲ 'ਚ ਕੀ ਲੱਭਦਾ ਹੈ, ਤੇਰੇ ਹਿਰਦੇ 'ਚ ਪਰਮਾਤਮਾ ਵਸਦਾ। ਪਰ ਇਹ ਪਰਮਾਤਮਾ ਦੀ ਜਾਣਕਾਰੀ ਕਦੋਂ ਹੋਈ? ਕਈ ਸਾਲ ਦੀ ਬੰਦਗੀ ਤੋਂ ਬਾਅਦ ਜਦੋਂ ਵਾਪਸ ਆ ਰਹੇ ਸਨ, ਤੇ ਹੁਣ ਜੋ ਕਹਿੰਦੇ ਸੀ ਉਹ ਪੂਰਾ ਹੋਣ ਲੱਗ ਪਿਆ ਸੀ। ਇੱਕ ਦਿਨ ਅਚਨਚੇਤ ਘਟਨਾ ਵਾਪਰੀ। ਆਖਿਆ ਚਿੜੀਆਂ ਬੰਦਗੀ ਵਿੱਚ ਖਲਲ ਪਾ ਰਹੀਆਂ ਸਨ, ਕਹਿ ਦਿੱਤਾ ਮਰ ਜਾਓ, ਮਰ ਗਈਆਂ। ਬਾਬਾ ਸ਼ੇਖ ਫਰੀਦ ਜੀ ਨੇ ਜਦੋਂ ਉਹ ਚਿੜੀਆਂ ਮਰ ਗਈਆਂ, ਫਿਰ ਕਹਿ ਦਿੱਤਾ ਉੜ ਜਾਓ, ਉੜ ਗਈਆਂ, ਜੀਵਿਤ ਹੋ ਗਈਆਂ। ਸਮਝ ਲਿਆ ਵੀ ਮੇਰੀ ਬੰਦਗੀ ਪੂਰੀ ਹੋ ਗਈ। ਵਾਪਸ ਆ ਰਹੇ ਸਨ, ਪਿਆਸ ਲੱਗੀ ਸੀ, ਹੰਕਾਰ ਵੀ ਆ ਗਿਆ ਵੀ ਹੁਣ ਮੇਰੀ ਬੰਦਗੀ ਪੂਰੀ ਹੋ ਗਈ, ਮੈਂ ਭਗਤੀ ਕੀਤੀ, ਹੁਣ ਜੋ ਕਹਿੰਦਾ ਉਹ ਮੇਰਾ ਪੂਰਾ ਹੋਣ ਲੱਗ ਪਿਆ। ਵਾਪਸ ਆ ਰਹੇ ਸਨ, ਰਸਤੇ ਵਿੱਚ ਪਿਆਸ ਲੱਗੀ। ਕੋਈ ਭੈਣ ਉਹ ਖੂਹ ਵਿੱਚੋਂ ਪਾਣੀ ਕੱਢ ਰਹੀ ਸੀ ਤੇ ਡੋਲ ਰਹੀ ਸੀ ਖੂਹ ਦੇ ਨੇੜੇ। ਬਾਬਾ ਫਰੀਦ ਜੀ ਨੇ ਪਾਣੀ ਦੀ ਮੰਗ ਕੀਤੀ, ਉਸਨੇ ਕੋਈ ਧਿਆਨ ਨਾ ਦਿੱਤਾ। ਉਹ ਆਪਣੀ ਲੱਗੀ ਰਹੀ, ਪਾਣੀ ਕੱਢਦੀ ਹੈ, ਡੋਲ ਦਿੰਦੀ ਹੈ, ਪਾਣੀ ਕੱਢਦੀ ਹੈ, ਡੋਲ ਦਿੰਦੀ ਹੈ। ਐਸੇ ਨੇ ਆਖਿਆ, ਬਾਬਾ ਸ਼ੇਖ ਫਰੀਦ ਨੇ ਆਖਿਆ ਸੁਣਿਆ ਨਹੀਂ, ਮੈਨੂੰ ਪਿਆਸ ਲੱਗੀ ਹੈ ਔਰ ਤੂੰ ਮੈਨੂੰ ਪਾਣੀ ਨਹੀਂ ਪਿਲਾ ਰਹੀ। ਤੇ ਅੱਗੋਂ ਉਸਨੇ ਕਿਹਾ, ਫਰੀਦ ਇਹ ਗੱਲ ਯਾਦ ਰੱਖੀ, ਇਹ ਜੰਗਲ ਨਹੀਂ, ਤੂੰ ਕਹਿ ਦਵੇਂ ਕਿ ਚਿੜੀਆਂ ਉੜ ਜਾਓ ਤੇ ਉੜ ਗਈਆਂ, ਤੂੰ ਕਹਿ ਦਵੇਂ ਮਰ ਜਾਓ ਤੇ ਮਰ ਗਈਆਂ। ਇਹ ਬੜਾ ਹੈਰਾਨ ਨੇ। ਬਾਬਾ ਫਰੀਦ ਜੀ ਕਹਿਣ ਲੱਗੇ ਵੀ ਇਹ ਮੇਰੇ ਨਾਲੋਂ ਵੀ ਗਾਂਹ ਹੈ, ਵੀ ਜੰਗਲ ਵਿੱਚ ਘਟਨਾ ਵਾਪਰੀ, ਇਹਨੂੰ ਕਿਵੇਂ ਪਤਾ ਲੱਗਿਆ? ਉਸਨੇ ਕਿਹਾ, ਭੈਣ ਨੇ ਕਿ ਸਬਰ ਕਰ। ਪਾਣੀ ਡੋਲਦੀ ਡੋਲਦੀ ਕੁਝ ਸਮਾਂ ਬਾਅਦ ਰੁਕੀ। ਇਹ ਗੱਲ ਵਿਚਕਾਰ ਕਹਿ ਦਿੱਤੀ ਵੀ ਇਹ ਜੰਗਲ ਨਹੀਂ, ਤੂੰ ਕਹਿ ਦਵੇਂ ਕਿ ਚਿੜੀਆਂ ਮਰ ਜਾਓ ਤੇ ਮਰ ਗਈਆਂ, ਤੂੰ ਕਹਿ ਦਵੇਂ ਚਿੜੀਆਂ ਉੜ ਜਾਓ ਤੇ ਉੜ ਗਈਆਂ। ਪਾਣੀ ਪਾਉਂਦੀ ਪਾਉਂਦੀ ਰੁਕੀ। ਪੁੱਛਿਆ ਬਾਬਾ ਫਰੀਦ ਨੇ, ਇਹ ਕੀ ਕਰ ਰਹੀ ਸੀ? ਕਹਿਣ ਲੱਗੀ ਮੇਰੀ ਭੈਣ ਦੇ ਘਰ 'ਚ ਅੱਗ ਲੱਗੀ, ਮੈਂ ਅੱਗ ਬੁਝਾ ਰਹੀ ਸੀ। ਇੱਕ ਵਾਰੀ ਉਚਾਰਨ ਕਰੋ, ਸਤਨਾਮ। ਮੇਰੀ ਭੈਣ ਦੇ ਘਰ 'ਚ ਅੱਗ ਲੱਗੀ ਹੈ, ਮੈਂ ਅੱਗ ਬੁਝਾ ਰਹੀ ਸੀ। ਇਹ ਘਟਨਾ ਹਰਗੋਬਿੰਦ ਸਾਹਿਬ ਜੀ ਵੇਲੇ ਵੀ ਵਰਤੀ ਹੈ। ਜਦੋਂ ਇੱਕ ਸਿੱਖ ਲਾਹੌਰ ਦੇ ਵਿੱਚ ਪਿੱਛੇ ਸਿਪਾਹੀ ਪੈ ਗਏ ਤੇ ਉਹ ਪੜਪੁੰਜੇ ਦੀ ਭੱਟੀ ਚਲਾ ਗਿਆ ਸੀ, ਤੇ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਨੇ ਸਰੋਵਰ 'ਚੋਂ ਛੇਤੀ ਪਾਣੀ ਲੈ ਕੇ ਆਓ। ਸੈਂਕੜੇ ਬਾਲਟੀਆਂ ਪਾਣੀ ਸਿੱਖਾਂ ਨੇ ਮਹਾਰਾਜ ਦੇ ਉੱਪਰ ਡੋਲ ਦਿੱਤਾ। ਮਹਾਰਾਜ ਅੱਜ ਇਸ਼ਨਾਨ ਕਰਨ ਤੋਂ ਰੱਜਦੇ ਨਹੀਂ। ਬਾਅਦ 'ਚ ਪੁੱਛਿਆ, ਮਹਾਰਾਜ ਇਤਨਾ ਲੰਬਾ ਇਸ਼ਨਾਨ? ਆਖਣ ਲੱਗੇ ਸਾਡਾ ਸਿੱਖ ਪੜਪੁੰਜੇ ਦੀ ਭੱਟੀ 'ਚ ਬੈਠਾ ਸੀ, ਅਸੀਂ ਤਾਂ ਉਸਦੀ ਸੇਕ ਨੂੰ ਦੂਰ ਕਰ ਰਹੇ ਸਾਂ ਵੀ ਸਾਡੇ ਸਿੱਖ ਨੂੰ ਤੱਤੀ ਵਾਹ ਨਾ ਲੱਗੇ। ਇਹ ਘਟਨਾਵਾਂ ਇਤਿਹਾਸ 'ਚ ਵਰਤਦੀਆਂ। ਤੇ ਉਹ ਭੈਣ ਕਹਿੰਦੀ ਹੈ ਕਿ ਮੈਂ ਆਪਣੇ ਭੈਣ ਦੇ ਘਰ 'ਚ ਅੱਗ ਲੱਗੀ, ਅੱਗ ਬੁਝਾ ਰਹੀ ਸਾਂ। ਬਾਬਾ ਫਰੀਦ ਜੀ ਨੇ ਉਹਨੂੰ ਨਮਸਕਾਰ ਕੀਤੀ ਵੀ ਤੈਨੂੰ ਕਿਵੇਂ ਪਤਾ ਲੱਗਿਆ? ਤੇ ਮਨ ਵਿੱਚ ਵਿਚਾਰ ਆਈ, ਫਰੀਦਾ ਅਜੇ ਤੇਰੀ ਭਗਤੀ ਪੂਰੀ ਨਹੀਂ ਹੋਈ, ਮੁੜ ਦੁਬਾਰਾ ਭਗਤੀ ਪੂਰੀ ਕਰ। ਤੇਰੇ ਨਾਲੋਂ ਤੇ ਭਗਤੀ ਵਿੱਚ ਕਿਤੇ ਇਹ ਅੱਗੇ ਹੈ। ਤੇਰੇ ਅੰਦਰ ਦੀ ਜਾਣ ਲਈ ਤੂੰ ਕੀ ਕਰਦਾ, ਤੂੰ ਕੀ ਕਰਕੇ ਆਇਆ?
ਤੂੰ ਅਜੇ ਭਗਤ ਪੂਰਾ ਨਹੀਂ ਬਣਿਆ, ਅਧੂਰਾ। ਫਿਰ ਉਹਨਾਂ ਨੇ ਇਹ ਗੱਲ ਆਖੀ ਸੀ ਕਿ ਫਰੀਦਾ ਜੰਗਲ ਜੰਗਲ ਕਿਆ ਪਵੇ, ਬਨ ਕੰਡੇ ਮੋੜੇ। ਹੁਣ ਤਾਂ ਬਣਦੇ ਕੰਡੇ ਹੀ ਮੋੜਦਾ ਰਿਹਾ ਹੁਣ ਤੱਕ। ਵਸੀ ਰਬ ਹਿਆਲੀ ਹੈ, ਜੰਗਲ ਕਿਆ ਟੁੰਡੇ। ਹਿਰਦੇ ਵਿੱਚ ਵਸਦਾ ਹੈ ਪਰਮਾਤਮਾ, ਜੰਗਲਾਂ 'ਚ ਲੱਭਦਾ ਫਿਰਦਾ ਤੂੰ। ਉੱਥੋਂ ਫਿਰ ਗਿਆਨ ਹੋਇਆ ਸੀ ਬਾਬਾ ਫਰੀਦ ਜੀ ਨੂੰ, ਸਮਝ ਆਈ ਸੀ ਕਿ ਘਰ ਵਿੱਚ ਬੈਠ ਕੇ ਹੀ ਪਰਮਾਤਮਾ ਦੀ ਬੰਦਗੀ ਕੀਤੀ ਜਾ ਸਕਦੀ ਹੈ। ਅੰਦਰ ਜੁੜਨ ਦੀ ਲੋੜ ਹੈ, ਬਾਹਰ ਦਾ ਸਭ ਕੁਝ ਪਤਾ ਚੱਲ ਜਾਂਦਾ ਹੈ। ਨਾਮ ਨਾਲ ਜੇ ਤਾਰ ਜੁੜ ਗਏ ਨਾ, ਨਾਮ ਨਾਲ ਸੁਰਤ ਜੁੜ ਗਈ ਤੇ ਬਾਹਰ ਕੀ ਘਟਨਾ ਵਾਪਰੀ ਸਾਰਾ ਕੁਝ ਪਤਾ ਚੱਲ ਜਾਣਾ ਹੈ। ਪਰ ਸਤਿਗੁਰ ਅੱਜ ਦੇ ਵਾਕ ਦੇ ਵਿੱਚ ਕਹਿ ਰਹੇ ਨੇ ਕਿ ਇਹ ਜਿਹੜਾ ਨਾਮ ਹੈ ਨਾ, ਇਹ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਨਾਲ ਮਿਲਦਾ ਹੈ। ਇਸ ਨਾਮ ਦੀ ਪ੍ਰਾਪਤੀ ਵਿੱਚ ਅਨੇਕਾਂ ਹੀ ਮਾਇਕ ਰੁਕਾਵਟਾਂ ਹਨ, ਕਿਉਂਕਿ ਜਿਹੜੀ ਮਾਇਆ ਹੈ ਨਾ, ਉਹ ਮਾਇਆ ਸਾਨੂੰ ਇਹ ਨਾਮਦਾਨ ਤੱਕ ਪਹੁੰਚਣ ਨਹੀਂ ਦਿੰਦੀ, ਨਾਮਦਾਨ ਦੇਣ ਨਹੀਂ ਦਿੰਦੀ ਗੁਰੂ ਪਰਮਾਤਮਾ ਨੂੰ। ਕਿਉਂਕਿ ਜਦੋਂ ਹੀ ਅਸੀਂ ਚੱਲਦੇ ਹਾਂ, ਮਾਇਆ ਅੱਗੇ ਖੜ ਜਾਂਦੀ ਹੈ। ਮਾਇਕ ਪਦਾਰਥ ਸਾਨੂੰ ਸੰਸਾਰ ਦੀ ਇਹਨਾਂ ਬੇਅੰਤ ਲਾਲਚ ਦੇ ਵਿੱਚ ਪਾ ਦਿੰਦੇ ਹਨ ਤੇ ਸਾਨੂੰ ਇਹ ਦਾਤ ਨਹੀਂ ਮਿਲਦੀ। ਕਿਉਂਕਿ ਦਾਤ ਤਾਂ ਵਾਹਿਗੁਰੂ ਜੀ ਦੇ ਹੱਥ ਵਿੱਚ ਹੀ ਹੈ। ਦਾਤ ਹੈ ਦਾਤ ਰੱਖੀ ਹੱਥ ਆਪਣੇ, ਜਿਸ ਭਾਵੈ ਤਿਸ ਦੇਈ। ਨਾਮ ਦੀ ਦਾਤ ਦਾਤੇ ਦੇ ਹੱਥ ਵਿੱਚ ਹੈ। ਜਿਹੜਾ ਭਾ ਜਾਂਦਾ ਉਸ ਨੂੰ ਦਾਤ ਦੇ ਦਿੰਦਾ ਹੈ। ਨਾਨਕ ਨਾਮ ਰਤੇ ਸੁਖ ਪਾਇਆ। ਹੈ ਨਾਨਕ, ਜਿਹੜੇ ਨਾਮ ਦੇ ਵਿੱਚ ਰਤੇ ਗਏ, ਜਿਨ੍ਹਾਂ ਨੂੰ ਨਾਮ ਦੀ ਦਾਤ ਮਿਲੀ, ਉਸ ਨਾਮ ਦੇ ਵਿੱਚ ਰਤੇ ਗਏ, ਸੁਖ ਪਾਇਆ। ਦਰਗਾਹ ਜਾਪੈ ਸਹੀ, ਪਰਮਾਤਮਾ ਦੀ ਦਰਗਾਹ ਵਿੱਚ ਉਹੀ ਸਤਿਕਾਰੇ ਜਾਂਦੇ ਹਨ। ਨਾਮ ਦੀ ਦਾਤ ਦਾਤੇ ਦੇ ਹੱਥ ਵਿੱਚ ਹੈ। ਸਾਨੂੰ ਕਿਵੇਂ ਮਿਲੇਗੀ? ਸਾਨੂੰ ਪਹਿਲਾਂ ਆਪਣਾ ਹਿਰਦਾ ਤਿਆਰ ਕਰਨਾ ਪਏਗਾ। ਕੱਲ ਆਪਾਂ ਵਚਨ ਸਰਵਣ ਕੀਤੇ ਸੀ, ਗੁਰੂ ਜਦੋਂ ਕਿਰਪਾ ਕਰਦਾ ਹੈ, ਕਰ ਕਿਰਪਾ ਕਲਵਿਗ ਕੱਟੇ, ਗਿਆਨ ਅੰਜਨ ਸਾਰਿਆ। ਗੁਰੂ ਕਿਰਪਾ ਕਰਦਾ ਹੈ, ਸਾਡੇ ਅੰਦਰ ਦੇ ਪਾਪ ਕੱਢ ਦਿੰਦਾ ਹੈ। ਜਦੋਂ ਗਿਆਨ ਦਾ ਸੁਰਮਾ ਸਾਡੀ ਸੁਰਤ ਰੂਪੀ ਅੱਖਾਂ 'ਚ ਪਾ ਦਿੰਦਾ ਹੈ ਤੇ ਸਾਡੀ ਸੁਰਤ ਮਾੜੇ ਕੰਮ ਕਰਨ ਤੋਂ ਹਟ ਜਾਂਦੀ ਹੈ। ਜਿਸ ਨਾਲ ਸੁਰਤ ਸਾਡੀ ਮਾੜੇ ਕੰਮਾਂ ਤੋਂ ਹਟ ਗਈ, ਉਸ ਦਿਨ ਨਾਲ ਫਿਰ ਅਕਾਲ ਪੁਰਖ ਵਾਹਿਗੁਰੂ ਤਰਸ ਦੇ ਘਰ ਵਿੱਚ ਆਉਂਦਾ ਹੈ, ਫਿਰ ਇਹ ਦਾਤ ਦਿੰਦਾ। ਇਸ ਕਰਕੇ ਮਹਾਰਾਜ ਕਹਿੰਦੇ ਨੇ, ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੈ। ਹੇ ਵਾਹਿਗੁਰੂ, ਜਿਸ ਆਦਮੀ ਨੂੰ, ਜਿਸ ਮਨੁੱਖ ਨੂੰ ਤੂੰ ਨਾਮ ਦੀ ਦਾਤ ਬਖਸ਼ਦਾ ਹੈ, ਉਹੀ ਇਸ ਨੂੰ ਪ੍ਰਾਪਤ ਕਰਦਾ ਹੈ। ਜਿਸ ਨੂੰ ਤੂੰ ਦਿੰਦਾ ਉਹੀ ਨਾਮ ਦੀ ਦਾਤ ਪ੍ਰਾਪਤ ਕਰਦਾ ਹੈ। ਪਾਵੈ ਤਾਂ ਸੋ ਜਨ ਦੇਹ ਜਿਸ ਨੂੰ। ਹਾਂ, ਦੁਬਾਰਾ ਕਹਿ ਰਹੇ ਨੇ, ਕਹਿੰਦੇ ਚੰਗੀ ਤਰ੍ਹਾਂ ਸੁਣ ਲੈ, ਉਹੀ ਇਹ ਦਾਤ ਪਾਉਂਦਾ ਹੈ ਜਿਸ ਨੂੰ ਦਿੰਦਾ ਹੈ। ਹੋਰ ਕਿਆ ਕਰੈ ਵਿਚਾਰਿਆ। ਹੋਰ ਵਿਚਾਰੇ ਆਪਣੇ ਬਲ ਜੁਗਤ ਸਿਆਣਪ ਨਾਲ ਇਸ ਨੂੰ ਪ੍ਰਾਪਤ ਨਹੀਂ ਕਰ ਸਕਦੇ। ਬਾਕੀ ਸਾਰੀਆਂ ਚੀਜ਼ਾਂ ਤੁਹਾਨੂੰ ਮਿਲ ਜਾਣਗੀਆਂ ਜੁਗਤੀਆਂ ਨਾਲ, ਸਿਆਣਪਾਂ ਨਾਲ, ਤੁਹਾਡੇ ਆਪਣੇ ਬਲ ਦੇ ਨਾਲ, ਧਨ ਦੇ ਨਾਲ, ਪਰ ਨਾਮ ਦੀ ਦਾਤ ਤਾਂ ਵਾਹਿਗੁਰੂ ਜੀ ਦੀ ਦਾਤ ਹੈ। ਜਿਸ ਨੂੰ ਉਹ ਦਿੰਦਾ ਹੈ, ਸਤਿਗੁਰ ਕਹਿੰਦੇ ਉਹੀ ਪ੍ਰਾਪਤ ਕਰਦਾ ਹੈ। ਸਗੋਂ ਨਾਮ ਦੀ ਦਾਤ ਜਿਸ ਨੇ ਲੈਣੀ ਹੈ, ਉਹਨੂੰ ਤੇ ਸਿਆਣਪ ਛੱਡਣੀ ਪਏਗੀ। ਉਸਨੂੰ ਤੇ ਇਹ ਵਚਨ ਕਮਾਣੇ ਪੈਣਗੇ, ਆਪ ਗਵਾਈਐ ਤਾਂ ਸਹਿ ਪਾਈਐ, ਔਰ ਕੈਸੀ ਚਤਰਾਈ। ਆਪਾ ਪਾਉ ਗਵਾ, ਚਤਰਾਈਆਂ ਨਾਲ ਨਹੀਂ ਮਿਲਣਾ। ਮਹਾਰਾਜ ਕਹਿੰਦੇ ਨੇ, ਇਹ ਦਾਤ ਜਿਸ ਨੂੰ ਉਹ ਦਿੰਦਾ ਹੈ, ਉਹੀ ਪ੍ਰਾਪਤ ਕਰਦਾ ਹੈ। ਹੋਰ ਦਾ ਅਰਥ ਹੈ ਹੋਰ ਅਨੇਕਾਂ ਹੀ ਮਨੁੱਖ, ਹੋਰ ਵਿਚਾਰੇ। ਹੋਰ ਕਿਆ ਕਰਹਿ ਵਿਚਾਰਿਆ। ਵਿਚਾਰੇ ਦਾ ਅਰਥ ਹੋਰ ਵਿਚਾਰੇ ਮਨੁੱਖ, ਪਾਓ ਕਿ ਆਪਣੇ ਬਲ, ਆਪਣੀ ਜੁਗਤ ਸਿਆਣਪ ਨਾਲ ਇਸ ਨੂੰ ਪ੍ਰਾਪਤ ਨਹੀਂ ਕਰ ਸਕਦੇ। ਫਿਰ ਮਹਾਰਾਜ ਕਹਿੰਦਾ, ਇੱਕ ਭਰਮ ਭੂਲੇ ਫਿਰ ਹੈ ਦਹਾਂ ਦਿਸ, ਇੱਕ ਨਾਮ ਲਾਗ ਸਵਾਰਿਆ। ਆਖਣ ਲੱਗੇ, ਹੇ ਮਾਲਕਾ, ਕੁਛ ਲੋਕ ਮਾਇਆ ਵੱਲੋਂ ਪਾਏ ਭੁਲੇਖੇ ਕਾਰਨ ਇੱਧਰ ਉੱਧਰ ਆਸੇ ਪਾਸੇ ਭਟਕ ਰਹੇ ਹਨ, ਭਰਮਾਂ ਵਿੱਚ ਭੁੱਲੇ ਹੋਏ ਹਨ। ਉਹਨਾਂ ਨੂੰ ਲੱਗਦਾ ਵੀ ਸ਼ਾਇਦ ਮਾਇਆ ਦੇ ਜ਼ੋਰ ਨਾਲ ਇਹ ਨਾਮ ਦੀ ਦਾਤ ਸਾਨੂੰ ਪ੍ਰਾਪਤ ਹੋ ਜਾਏਗੀ। ਆਤਮਿਕ ਆਨੰਦ ਜਿਹੜਾ ਹੈ, ਸੁੱਖ ਜਿਹੜਾ ਹੈ, ਸ਼ਾਇਦ ਸਾਡੇ ਆਪਣੇ ਯਤਨ ਕੀਤਿਆਂ ਪ੍ਰਾਪਤ ਹੋ ਜਾਏਗਾ। ਵੀ ਮਾਇਆ ਬਹੁਤੀ ਇਕੱਠੀ ਕਰ ਲਵਾਂਗੇ, ਫਿਰ ਸੁੱਖ ਤਾਂ ਆਪਣੇ ਆਪ ਹੀ ਮਿਲ ਜਾਣਾ, ਆਨੰਦ ਦੀ ਪ੍ਰਾਪਤੀ ਤਾਂ ਆਪਣੇ ਆਪ ਹੀ ਹੋ ਜਾਣੀ ਹੈ। ਪਰ ਸਤਿਗੁਰ ਕਹਿੰਦੇ ਇੱਦਾਂ ਨਹੀਂ ਹੈ। ਬਹੁਤ ਸਾਰੇ ਲੋਕ ਨੇ ਸੋਚਦੇ ਵੀ ਬਹੁਤਾ ਧਨ ਹੋਵੇਗਾ ਅਸੀਂ ਸੁਖੀ ਹੋ ਜਾਵਾਂਗੇ।
ਆਨੰਦ ਦੀ ਪ੍ਰਾਪਤੀ ਹੋ ਜਾਏਗੀ। ਬਹੁਤਾ ਧਨ ਹੋਵੇਗਾ ਤਾਂ ਅਸੀਂ ਇਹ ਸਾਰੀ ਚੀਜ਼ਾਂ ਹਾਸਿਲ ਕਰ ਲਵਾਂਗੇ। ਪਰ ਸਾਧੂ ਕਹਿੰਦੇ ਭਾਈ ਨਹੀਂ, ਮਾਇਆ ਵੱਲੋਂ ਪਾਏ ਭੁਲੇਖੇ ਕਾਰਨ ਇੱਧਰ ਉੱਧਰ ਹਰ ਪਾਸੇ ਜਿਹੜੇ ਭਟਕ ਰਹੇ ਨੇ ਨਾ, ਉਹ ਭਟਕਣਾ ਵਿੱਚ ਹੀ ਰਹਿ ਜਾਂਦੇ ਹਨ। ਉਹਨਾਂ ਨੂੰ ਨਾਮ ਦੀ ਦਾਤ ਨਹੀਂ ਮਿਲਦੀ। ਤੇ ਇੱਕ ਨਾਮ ਲਾਗ ਸਵਾਰਿਆ, ਇੱਕ ਦਾ ਅਰਥ ਹੈ ਕਈ, ਇੱਕ ਦੇ ਕੱਕੇ ਨੂੰ ਲੱਗੀ ਹੈ ਸਿਆਰੀ। ਆਖਣ ਲੱਗੇ ਕਈ ਮਨੁੱਖ ਜਿਹੜੇ ਨੇ ਉਹਨਾਂ ਦਾ ਜਨਮ ਤੂੰ ਆਪਣੇ ਨਾਮ ਵਿੱਚ ਜੋੜ ਕੇ ਸਫਲਾ ਕਰ ਦਿੱਤਾ ਹੈ। ਅਕਾਲ ਪੁਰਖ ਵਾਹਿਗੁਰੂ ਉਹਨਾਂ ਨੂੰ ਆਪਣੇ ਨਾਮ ਦੇ ਵਿੱਚ ਜੋੜ ਲਿਆ, ਨਾਮ ਦੇ ਵਿੱਚ ਜੋੜ ਕੇ ਉਹਨਾਂ ਦਾ ਮਨੁੱਖਾ ਜੀਵਨ ਤੂੰ ਸਫਲਾ ਕਰ ਦਿੱਤਾ ਹੈ। ਅਕਾਲ ਪੁਰਖ ਵਾਹਿਗੁਰੂ ਤੂੰ ਉਹਨਾਂ ਦੇ ਉੱਤੇ ਕਿਰਪਾ ਕਰ ਦਿੱਤੀ। ਜਿਨ੍ਹਾਂ ਦਾ ਜਨਮ ਸਫਲਾ ਕਰਨਾ ਹੁੰਦਾ ਨਾ, ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰਦਾ, ਉਹਨਾਂ ਨੂੰ ਆਪਣੇ ਨਾਮ ਦੇ ਵਿੱਚ ਜੋੜਦਾ ਹੈ। ਕਈ ਵਾਰ ਸਾਨੂੰ ਲੱਗਦਾ ਦੇਖੋ ਅਸੀਂ ਕਿਤਨੇ ਚੰਗੇ ਹਾਂ, ਸਤਸੰਗਤ ਕਰਦੇ ਹਾਂ, ਗੁਰਦੁਆਰੇ ਆਉਂਦੇ ਹਾਂ, ਬਾਣੀ ਪੜ੍ਹਦੇ ਹਾਂ, ਦਾਨ ਪੁੰਨ ਕਰਦੇ ਹਾਂ। ਅਸੀਂ ਨਹੀਂ ਕਰ ਰਹੇ, ਅਕਾਲ ਪੁਰਖ ਕਰਵਾ ਰਿਹਾ ਹੈ, ਪਰ ਸਾਨੂੰ ਭੁਲੇਖਾ ਪਿਆ ਹੋਇਆ। ਸਤਿਗੁਰੂ ਨੇ ਆਖਿਆ ਵੀ ਜੇ ਤੂੰ ਸੰਗਤ 'ਚ ਆਇਆ ਨਾ, ਇਹ ਭਰਮ ਨਾ ਰੱਖੀ ਜੀਵਨ 'ਚ ਵੀ ਮੈਂ ਕਿਤਨਾ ਚੰਗਾ, ਦੇਖੋ ਮੈਂ ਚੰਗੇ ਕੰਮ ਕਰਦਾ। ਆਪਾਂ ਸੋਚਦੇ ਹਾਂ ਨਾ ਵੀ ਸ਼ਾਇਦ ਸਾਡੇ ਕਰਕੇ ਸੰਗਤ ਮਿਲੀ ਹੈ, ਅਸੀਂ ਆਏ ਹਾਂ, ਬਾਕੀ ਨਹੀਂ ਆਏ। ਇਹ ਸਾਡੀ ਸਿਆਣਪ ਨਾਲ ਨਹੀਂ, ਸਾਡੀ ਚਲਾਕੀ ਨਾਲ ਨਹੀਂ, ਸਾਡੇ ਉਦਮ ਨਾਲ ਨਹੀਂ, ਇਹ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਨਾਲ। ਇਸ ਨੂੰ ਹੀ ਮਹਾਰਾਜ ਨੇ ਆਖਿਆ ਵੱਡ ਭਾਗੀ ਹਰ ਸੰਗਤ ਪਾਵੈ, ਭਾਗਹੀਨ ਪ੍ਰਮ ਚੋਟਾ ਖਾਵੈ, ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀ ਜੈ ਜੀਓ। ਇਸ ਨੂੰ ਹੀ ਰੋਜ਼ ਤੁਸੀਂ ਰਹਿਰਾਸ ਸਾਹਿਬ ਦੇ ਵਿੱਚ ਪੜ੍ਹਦੇ ਹੋ, ਜੋ ਸਤਿਗੁਰ ਸਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ, ਤਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਧੁਰ ਮਸਤਕ ਲਿਖਿਆ ਲਿਖਾਸ। ਮਹਾਰਾਜ ਨੇ ਲਿਖਿਆ ਹੋਇਆ ਸੀ ਤਾਂ ਸੰਗਤ 'ਚ ਆਇਆ। ਮਹਾਰਾਜ ਨੇ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰਦਾ ਹੈ, ਮਿਹਰ ਕਰਦਾ ਹੈ। ਕਈਆਂ ਨੂੰ ਇਸ ਮਨੁੱਖਾ ਜਨਮ ਦੇ ਕੇ ਤੇ ਆਪਣੇ ਨਾਮ ਵਿੱਚ ਜੋੜ ਕੇ ਉਹਨਾਂ ਦਾ ਇਹ ਮਨੁੱਖਾ ਜੀਵਨ ਸਫਲਾ ਕਰ ਦਿੰਦਾ, ਜ਼ਿੰਦਗੀ ਨੂੰ ਸਵਾਰ ਦਿੰਦਾ ਹੈ ਅਕਾਲ ਪੁਰਖ ਵਾਹਿਗੁਰੂ। ਫਿਰ ਕਹਿਣ ਲੱਗੇ ਗੁਰ ਪ੍ਰਸਾਦੀ ਮਨ ਭਇਆ ਨਿਰਮਲ। ਹੇ ਪ੍ਰਭੂ, ਜਿਨ੍ਹਾਂ ਦਾ ਮਨ ਨਿਰਮਲ ਹੋਇਆ, ਗੁਰੂ ਦੀ ਮਿਹਰ ਨਾਲ ਨਿਰਮਲ ਹੋਇਆ। ਗੁਰੂ ਜਦੋਂ ਮਿਹਰ ਕਰਦਾ ਹੈ ਤੇ ਗੁਰੂ ਦੀ ਮਿਹਰ ਨਾਲ ਮਨੁੱਖ ਦਾ ਮਨ ਨਿਰਮਲ ਹੋ ਜਾਂਦਾ ਹੈ। ਗੁਰੂ ਜਦੋਂ ਕਿਰਪਾ ਕਰਦਾ ਹੈ, ਗੁਰੂ ਤਰਸ ਕਰਦਾ ਹੈ, ਇਹ ਮੈਲਾ ਮਨ, ਪਾਪੀ ਮਨ, ਕਿਲਵਿਖ ਨਾਲ ਭਰਿਆ ਹੋਇਆ ਮਨ ਜੋ ਆਪਾਂ ਕੱਲ੍ਹ ਵਿਚਾਰਿਆ ਸੀ, ਜੇ ਗੁਰੂ ਨੇ ਕਿਰਪਾ ਕਰਕੇ ਕਿਲਵਿਖ ਕੱਟ ਦਿੱਤੇ, ਇਹ ਜਦੋਂ ਗੁਰੂ ਮਿਹਰ ਕਰਦਾ ਹੈ ਤਾਂ ਇਹ ਮਨੁੱਖ ਦਾ ਮਨ ਨਿਰਮਲ ਹੋ ਜਾਂਦਾ ਹੈ। ਤੇ ਜਿਸ ਮਨੁੱਖ ਦਾ ਮਨ ਗੁਰੂ ਦੀ ਕਿਰਪਾ ਸਦਕਾ, ਫਿਰ ਮੈਂ ਬੇਨਤੀ ਕਰਾਂ ਸਾਡੀ ਸਿਆਣਪ ਨਾਲ ਇਸ ਮਨ ਨੇ ਕਦੀ ਵੀ ਪਵਿੱਤਰ ਨਹੀਂ ਹੋਣਾ, ਇਹਦੀ ਮੈਲ ਨਹੀਂ ਕੱਟੀ ਜਾਣੀ। ਇਹ ਤੇ ਗੁਰੂ ਕਿਤੇ ਤਰਸ ਕਰ ਦੇਵੇ ਸਾਡੇ ਉੱਤੇ ਤਾਂ ਇਹ ਸਾਡੇ ਅੰਦਰ ਦੀ ਮੈਲ ਕੱਟੀ ਜਾ ਸਕਦੀ ਹੈ। ਤੇ ਫਿਰ ਜਿਨ੍ਹਾਂ ਦੀ ਮੈਲ ਕੱਟੀ ਗਈ ਨਾ, ਸਤਿਗੁਰੂ ਕਹਿੰਦੇ ਨੇ ਜਿਨ੍ਹਾਂ ਭਾਣਾ ਭਾਵੇ, ਹੇ ਪ੍ਰਭੂ ਜਿਨ੍ਹਾਂ ਨੂੰ ਤੇਰਾ ਭਾਣਾ ਰਜਾ ਹੁਕਮ ਮਿੱਠਾ ਲੱਗਦਾ ਹੈ, ਫਿਰ ਉਹਨਾਂ ਨੂੰ ਭਾਣਾ ਭਾਲਣ ਲੱਗ ਪਿਆ। ਗੁਰੂ ਜਦੋਂ ਕਿਰਪਾ ਕਰਦਾ ਉਹਨਾਂ ਦਾ ਮਨ ਨਿਰਮਲ ਹੋ ਜਾਂਦਾ ਹੈ, ਤੇ ਜਿਨ੍ਹਾਂ ਦਾ ਮਨ ਨਿਰਮਲ ਹੋ ਜਾਂਦਾ ਹੈ ਉਹਨਾਂ ਨੂੰ ਪਰਮਾਤਮਾ ਦਾ ਭਾਣਾ ਫਿਰ ਮਿੱਠਾ ਲੱਗਦਾ ਹੈ। ਉਹ ਫਿਰ ਕਹਿੰਦੇ ਨੇ ਤੇਰਾ ਕੀਆ ਮਿੱਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗੈ। ਉਹ ਫਿਰ ਅੰਦਰੋਂ ਕਹਿੰਦੇ ਨੇ ਉਲਾਨੋ ਮੈਂ ਕਾਹੂ ਨਾ ਦਿਓ, ਮਨ ਮੀਠ ਤੁਹਾਰੋ ਕੀਓ। ਮੈਂ ਕੋਈ ਉਲਾਮਾ ਨਹੀਂ ਦਿੰਦਾ, ਜੋ ਤੂੰ ਕਰਦਾ ਮੈਨੂੰ ਮਿੱਠਾ ਲੱਗਦਾ, ਕਿਉਂਕਿ ਹੁਣ ਮਨ ਨਿਰਮਲ ਹੋ ਗਿਆ। ਮਨ 'ਚ ਹੁਣ ਕੋਈ ਮੈਲ, ਕੋਈ ਕਪਟ, ਕੋਈ ਛਲ, ਕੋਈ ਸਿਆਣਪ ਨਹੀਂ ਰਹੀ। ਜਦ ਤੱਕ ਕੋਈ ਸਿਆਣਪ ਸੀ, ਮੈਲ ਸੀ, ਕਪਟ ਸੀ, ਇਹ ਮੈਲਾ ਸੀ। ਹੁਣ ਅੰਦਰ ਬਿਲਕੁਲ ਕੋਈ ਮੈਲ ਰਹਿ ਨਹੀਂ ਗਈ ਹੁਣ ਅੰਦਰ। ਤੇ ਸਾਧੂ ਕਹਿੰਦੇ ਜਦੋਂ ਮੈਲ ਕੱਟੀ ਗਈ ਨਾ, ਤੇ ਫਿਰ ਪਰਮਾਤਮਾ ਦਾ ਭਾਣਾ ਮਿੱਠਾ ਲੱਗਦਾ ਹੈ, ਵਾਹਿਗੁਰੂ ਦਾ ਹਰ ਕਰਮ ਚੰਗਾ ਲੱਗਦਾ ਹੈ।
ਜੋ ਰੱਬ ਕਰ ਰਿਹਾ ਉਸਦੇ ਕੀਤੇ ਨੂੰ ਕਿਤੇ ਵੀ ਉਹ ਇਹ ਨਹੀਂ ਕਹਿੰਦਾ ਵੀ ਰੱਬ ਤੂੰ ਇਹ ਕੀ ਕੀਤਾ ਹੈ। ਪਰ ਇਹ ਤਾਂ ਹੋ ਸਕਦਾ ਜੇ ਸਾਡੀ ਮਤ ਵਿੱਚੋਂ, ਸਾਡੇ ਮਨ ਵਿੱਚੋਂ ਇਹ ਮਾਇਆ ਦਾ ਪ੍ਰਭਾਵ ਘਟ ਜਾਏ, ਮਾਇਆ ਵੱਲੋਂ ਅਸੀਂ ਉਪਰਾਮ ਹੋ ਜਾਈਏ। ਗੁਰੂ ਦੀ ਕਿਰਪਾ ਨਾਲ ਇਹ ਮਨ ਮਾਇਆ ਦੀ ਪਕੜ ਤੋਂ ਨਿਕਲੇਗਾ, ਨਿਰਮਲ ਹੋਏਗਾ। ਜੇ ਨਿਰਮਲ ਹੋ ਗਿਆ ਤੇ ਰੱਬ ਦਾ ਹਰ ਇੱਕ ਹੁਕਮ ਸਾਨੂੰ ਪਿਆਰਾ ਲੱਗੇਗਾ। ਜਿਨ੍ਹਾਂ ਦਾ ਮਨ ਨਿਰਮਲ ਹੋ ਜਾਂਦਾ ਉਹ ਇਹ ਕਹਿ ਉੱਠਦੇ ਨੇ, ਜੇ ਸੁਖ ਦੇਹੇ ਤਾਂ ਤੁਝੇ ਅਰਾਧਨੀ, ਦੁਖ ਵੀ ਤੁਝੇ ਤਿਹਾਈ, ਜੇ ਭੁੱਖ ਦੇਹੇ ਤਾਂ ਇਤਿ ਰਾਜਾ, ਦੁਖ ਵਿੱਚ ਸੂਖ ਮਨਾਈ। ਇਹ ਮਨ ਨਿਰਮਲ ਦੀ ਨਿਸ਼ਾਨੀ ਹੈ। ਨਹੀਂ ਤਾਂ ਅਸੀਂ ਕਹਿੰਦੇ ਨੇ ਰੱਬਾ ਤੂੰ ਸਾਡੇ ਨਾਲ ਕੀ ਕਰ ਰਿਹਾ, ਦੁਖੀ ਦੇਈ ਜਾਂਦਾ। ਪਰ ਜੇ ਮਨ ਨਿਰਮਲ ਹੋ ਗਿਆ ਨਾ, ਫਿਰ ਸਾਨੂੰ ਸਮਝ ਆ ਜਾਂਦੀ ਜੋ ਕੁਛ ਰੱਬ ਕਰ ਰਿਹਾ ਹੈ ਸਭ ਚੰਗਾ ਕਰ ਰਿਹਾ ਹੈ, ਕੁਛ ਮਾੜਾ ਨਹੀਂ ਹੋ ਰਿਹਾ। ਕਿਉਂਕਿ ਗੁਰਮਤਿ ਦੀ ਜਿਹੜੀ ਵਿਚਾਰਧਾਰਾ ਹੈ ਨਾ, ਜਦੋਂ ਉਸ ਦੇ ਨਾਲ ਅਸੀਂ ਜੁੜਦੇ ਹਾਂ ਤਾਂ ਸਾਨੂੰ ਸਾਰੀ ਜੀਵਨ ਦੀ ਇਹ ਕਹਾਣੀ ਸਮਝ ਆ ਜਾਂਦੀ ਹੈ ਕਿ ਇਹ ਰੱਬੀ ਵਿਧਾਨ ਕੀ ਹੈ, ਕਿਵੇਂ ਸਾਨੂੰ ਪਰਮਾਤਮਾ ਨੇ ਜੀਵਨ ਦਿੱਤਾ, ਕਿਵੇਂ ਸਾਡੇ ਇਹ ਕਰਮਾਂ ਦੀ ਖੇਡ ਸਾਡੇ ਨਾਲ ਚੱਲ ਰਹੀ ਹੈ, ਕਿੰਨਾ ਚਿਰ ਸਾਡਾ ਸੰਸਾਰ ਦੇ ਨਾਲ ਸਾਡਾ ਸੰਬੰਧ ਰਹਿਣਾ ਹੈ। ਜਦੋਂ ਉਹ ਸਾਰਿਆਂ ਨਾਲ ਮਿਲਿਆ ਹੋਇਆ ਜਿਹੜਾ ਇੱਕ ਸੰਜੋਗ ਰੂਪੀ ਸਮਾਂ ਸੀ ਉਹ ਪੂਰਾ ਹੋ ਜਾਂਦਾ ਹੈ, ਵਿਛੋੜਾ ਪੈ ਜਾਂਦਾ ਹੈ। ਗੁਰਮਤਿ ਇਹਨਾਂ ਗੱਲਾਂ ਤੋਂ ਸਾਨੂੰ ਜਾਣੂ ਕਰਾਉਂਦੀ ਹੈ। ਪਰ ਇਹ ਸਾਡਾ ਮਨ ਉਦੋਂ ਹੀ ਨਿਰਮਲ ਹੋਏਗਾ ਜਦੋਂ ਗੁਰੂ ਕਿਰਪਾ ਕਰੇਗਾ। ਜਦੋਂ ਗੁਰੂ ਦੀ ਕਿਰਪਾ ਹੋ ਗਈ, ਮਨ ਨਿਰਮਲ ਹੋ ਗਿਆ ਤੇ ਪਰਮਾਤਮਾ ਦਾ ਕੀਤਾ ਹੋਇਆ ਹਰ ਕਰਮ ਸਾਨੂੰ ਚੰਗਾ ਲੱਗੇਗਾ। ਅਸੀਂ ਭਾਣੇ ਵਿੱਚ ਆ ਜਾਵਾਂਗੇ, ਅਸੀਂ ਰਜਾ ਵਿੱਚ ਆ ਜਾਵਾਂਗੇ। ਔਰ ਸਭ ਤੋਂ ਔਖਾ ਕੰਮ ਹੈ ਪਰਮਾਤਮਾ ਦਾ ਭਾਣਾ ਮੰਨਣਾ, ਸਭ ਤੋਂ ਔਖਾ ਕੰਮ। ਗੁਰੂ ਸਾਹਿਬ ਨੇ ਇੱਕ ਬੜਾ ਪਿਆਰਾ ਵਚਨ ਆਖਿਆ, ਤੇਰੇ ਭਰੋਸੇ ਪਿਆਰੇ ਮੈਂ ਲਾਡ ਲਡਾਇਆ, ਭੁੱਲੇ ਚੁੱਕੈ ਬਾਰਿਕ ਤੂੰ ਹਰ ਪਿਤਾ ਮਾਇਆ, ਸੁਹੇਲਾ ਕਹਿਣ ਕਹਾਵਣ, ਤੇਰਾ ਵਿਖਮ ਪਾਵਨ। ਭਾਣੇ ਨੂੰ ਕਹਿਣਾ ਬੜਾ ਸੌਖਾ ਹੈ, ਭਾਣੇ 'ਚ ਰਹਿਣਾ ਚਾਹੀਦਾ ਹੈ, ਰਜਾ 'ਚ ਰਹਿਣਾ ਚਾਹੀਦਾ ਹੈ। ਪਰ ਭਾਣੇ ਵਿੱਚ ਰਹਿਣਾ ਬੜਾ ਵਿਖਮ ਹੈ, ਸਤਿਗੁਰ ਆਖੇ। ਔਰ ਵਿਖਮ ਉਨਾ ਚਿਰ ਇਹ ਬਣਿਆ ਰਹੇਗਾ ਜਦ ਤੱਕ ਗੁਰੂ ਦੀ ਕਿਰਪਾ ਨਾਲ ਇਹ ਮਨ ਦੀ ਮਤ ਨੂੰ ਅਸੀਂ ਤਿਆਗਦੇ ਨਹੀਂ। ਕਿਉਂਕਿ ਮਨ ਦੀ ਮਤ ਤਿਆਗਣੀ ਔਖੀ ਹੈ। ਮਨ ਨਹੀਂ ਤਿਆਗ ਸਕਦੇ ਤਾਂ ਭਾਣਾ ਵੀ ਨਹੀਂ ਮੰਨ ਸਕਦੇ। ਕਿਉਂਕਿ ਜਦੋਂ ਆਪਣੇ ਮਨ ਦੇ ਖਿਆਲਾਂ ਪਿੱਛੇ ਤੁਰਦੇ ਹਾਂ ਤੇ ਸਾਨੂੰ ਜੋ ਵੀ ਕੁਝ ਸਾਡੇ ਜੀਵਨ 'ਚ ਘਾਟੇ ਰੂਪ 'ਚ ਹੈ ਉਹ ਸਭ ਦੁਖੀ ਕਰਦਾ ਹੈ। ਮਾਇਕ ਘਾਟਾ, ਪਰਿਵਾਰਕ ਘਾਟਾ, ਹੋਰ ਕਿਸੇ ਚੀਜ਼ ਦਾ ਘਾਟਾ ਹੋਵੇ ਅਸੀਂ ਦੁਖੀ ਹੋ ਜਾਂਦੇ ਹਾਂ। ਵਾਧੇ ਵਿੱਚ ਅਸੀਂ ਛਾਲਾਂ ਮਾਰਦੇ ਹਾਂ। ਇਹ ਹੁੰਦਾ ਨਾ ਸਾਡੇ ਨਾਲ। ਤਾਂ ਹੀ ਮਹਾਰਾਜ ਨੇ ਆਖਿਆ ਕਿ ਮਾਟੀ ਕੋ ਪੁੱਤਰਾ ਕੈਸੇ ਨਚਤ ਹੈ, ਦੇਖੈ ਦੇਖੈ ਸੁਣੈ ਬੋਲੇ ਦੋਰਿਓ ਫਿਰਤ ਹੈ, ਜਬ ਕਛ ਪਾਵਤ ਤਬ ਗਰਵ ਕਰਤ ਹੈ, ਮਾਇਆ ਗਈ ਤਬ ਰੋਵਨ ਲਗਤ ਹੈ। ਮਿਲਿਆ ਤਾਂ ਬੜੇ ਖੁਸ਼ ਹੁੰਦੇ ਆ, ਜੇ ਚਲੀ ਜਾਏ ਤੇ ਰੋਣਾ ਸ਼ੁਰੂ ਕਰ ਦਿੰਦੇ ਵੀ ਇਹ ਕੀ ਕੀਤਾ ਰੱਬ ਨੇ। ਕਿਉਂਕਿ ਖੇਡ ਸਾਡੇ ਆਪਣੇ ਕਰਮਾਂ ਦੀ ਚੱਲਦੀ ਆ ਰਹੀ ਹੈ ਸਾਰੀ। ਜਿਵੇਂ ਜਿਵੇਂ ਆਪਾਂ ਬਾਣੀ ਦੇ ਨਾਲ ਜੁੜਦੇ ਜਾਵਾਂਗੇ, ਬਾਣੀ ਨੂੰ ਸਮਝਦੇ ਜਾਵਾਂਗੇ, ਬਾਣੀ ਦੇ ਮੁਤਾਬਿਕ ਆਪਣੇ ਜੀਵਨ ਦੇ ਕਰਮਾਂ ਨੂੰ ਚੇਂਜ ਕਰਦੇ ਜਾਵਾਂਗੇ, ਆਪਣੇ ਅੰਦਰ ਦੇ ਹਿਰਦੇ ਨੂੰ ਬਾਣੀ ਮੁਤਾਬਿਕ ਢਾਲਦੇ ਜਾਵਾਂਗੇ, ਆਪਣੇ ਮਨ ਨੂੰ ਮਨਾ ਲਵਾਂਗੇ ਸੌਖੇ ਲਫ਼ਜ਼ਾਂ 'ਚ ਕਵਾਂ। ਕਿਉਂਕਿ ਮਨ ਛੇਤੀ ਕਰਕੇ ਮੰਨਦਾ ਨਹੀਂ ਹੈ, ਇਹਨੂੰ ਬੜਾ ਸਮਝਾਉਣਾ ਪੈਂਦਾ ਹੈ। ਮਨ ਨੂੰ ਬਾਰ-ਬਾਰ ਸਮਝਾਉਣਾ ਪੈਂਦਾ ਹੈ। ਮਨ ਦੀ ਲਗਾਮ ਫੜਨੀ ਬੜੀ ਔਖੀ ਹੈ। ਅਤੇ ਮਨ ਨੇ ਲਗਾਮ ਫੜੀ ਸਾਡੇ 10 ਇੰਦਰਾਂ ਦੀ, ਗਿਆਨ ਇੰਦਰੇ ਅਤੇ ਕਰਮ ਇੰਦਰਿਆਂ ਦੀ। ਇਸ ਕਰਕੇ ਸਾਡੇ ਅੰਦਰ ਦੀ ਸੁਰਤ ਦੌੜੀ ਜਾਂਦੀ ਹੈ ਉਹਨਾਂ ਗਿਆਨ ਇੰਦਰੇ, ਕਰਮ ਇੰਦਰਿਆਂ ਦੇ ਪਿੱਛੇ। ਜਿਹੜਾ ਕਿ ਇਸ ਸਰੀਰ ਰੂਪੀ ਜਿਹੜਾ ਰਥ ਹੈ ਨਾ, ਜੀਵ ਆਤਮਾ ਇਸ ਦੇ ਉੱਤੇ ਸਫ਼ਰ ਕਰ ਰਹੀ ਹੈ। ਗਿਆਨ ਇੰਦਰੇ ਅਤੇ ਕਰਮ ਇੰਦਰੇ 10 ਘੋੜੇ ਲੱਗੇ ਨੇ। ਮਨ ਜਿਹੜਾ ਰਥਵਾਈ ਹੈ ਲਗਾਮ ਫੜ ਕੇ ਬੈਠਾ ਹੋਇਆ। ਜਿਵੇਂ ਇਹਨਾਂ 10 ਘੋੜਿਆਂ ਨੂੰ ਆਰਡਰ ਕਰਦਾ ਉਸ ਪਾਸੇ ਹੀ ਇਹ ਚੱਲਦੇ ਨੇ, ਚੱਲ ਜਾਂਦੇ ਨੇ। ਜੇ ਆਤਮਾ ਰੂਪੀ ਜਿਹੜੀ ਸਵਾਰੀ, ਜਿਹੜਾ ਰਾਜਾ ਇਸ ਦੇ ਉੱਤੇ ਸਵਾਰ ਹੈ ਸਰੀਰ ਰੂਪੀ ਰਥ ਦੇ ਉੱਤੇ,
ਜੇ ਇਹ ਕਿਤੇ ਸਾਵਧਾਨ ਸੁਚੇਤ ਹੋਵੇ ਤੇ ਮਨ ਦੇ ਉੱਤੇ ਇਹਦਾ ਅੰਕਸ ਹੋਵੇ, ਕੁੰਡਾ ਹੋਵੇ, ਤਾਂ ਮਨ ਨੂੰ ਆਪਣੀ ਮਰਜ਼ੀ ਨਾਲ ਆਤਮਾ ਚਲਾ ਸਕਦੀ ਹੈ। ਤੇ ਫਿਰ ਇਹ ਗਿਆਨ ਇੰਦਰੀ ਵੀ ਆਤਮਾ ਦੇ ਮੁਤਾਬਿਕ ਹੀ ਚੱਲਣਗੇ, ਨਹੀਂ ਤੇ ਇਹ ਨਹੀਂ ਚੱਲਦੇ। ਮਨ ਤਾਂ ਆਤਮਾ ਤਾਂ ਸੁੱਤੀ ਹੋਈ ਹੈ, ਅੰਦਰ ਨੂੰ ਤੇ ਮਾਇਆ ਦੀ ਮੈਲ ਲੱਗੀ ਹੈ। ਅੰਦਰਲਾ ਸਾਡੇ ਜੀਵ ਆਤਮਾ ਸੁੱਤਾ ਪਿਆ ਅੰਦਰ, ਹੁਣ ਮਨ ਆਪਣੀ ਮਰਜ਼ੀ ਕਰੀ ਜਾ ਰਿਹਾ। ਇਸ ਕਰਕੇ ਜਦੋਂ ਗੁਰੂ ਕਿਰਪਾ ਕਰਦਾ ਹੈ, ਮਨ ਦੀ ਮੈਲ ਜਿਹੜੀ ਧੋਤੀ ਜਾਂਦੀ ਹੈ, ਫਿਰ ਪਰਮਾਤਮਾ ਦਾ ਭਾਣਾ, ਵਾਹਿਗੁਰੂ ਦੀ ਰਜ਼ਾ ਸਾਨੂੰ ਚੰਗੀ ਲੱਗਦੀ ਹੈ, ਵਾਹਿਗੁਰੂ ਦਾ ਭਾਣਾ ਮਿੱਠਾ ਲੱਗਦਾ ਹੈ। ਅਗਲੇ ਬਚਨ ਕੀਤੇ ਮਹਾਰਾਜ ਨੇ, ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ। ਮਹਾਰਾਜ ਆਖਦੇ ਨੇ, ਇਸ ਹਕੀਕਤ ਨੂੰ ਫਿਰ ਦੁਹਰਾ ਰਹੇ ਹਨ ਕਿ ਜਿਹੜਾ ਆਤਮਿਕ ਆਨੰਦ ਹੈ, ਨਾਮ ਦੀ ਜਿਹੜੀ ਪ੍ਰਾਪਤੀ ਹੈ, ਕਹਿ ਨਾਨਕ, ਨਾਨਕ ਆਖਦਾ ਹੈ, ਜਿਸ ਦੇਹ ਪਿਆਰੇ, ਜਿਸ ਨੂੰ ਤੂੰ ਆਪ ਆਪਣੇ ਨਾਮ ਦੁਆਰਾ ਆਨੰਦ ਦੀ ਦਾਤ ਬਖਸ਼ਦਾ ਹੈ। ਇਹਨੂੰ ਇਹ ਦਾਤ ਆਪਣੇ ਨਾਮ ਰਾਹੀਂ ਦਿੰਦਾ ਹੈ, ਕਿਉਂਕਿ ਨਾਮ ਦੇਗਾ ਪਰਮਾਤਮਾ, ਨਾਮ ਨਾਲ ਜੁੜਾਂਗੇ ਤੇ ਉਹ ਆਨੰਦ ਦੀ ਪ੍ਰਾਪਤੀ ਹੋਏਗੀ। ਅੰਦਰ ਦਾ ਆਨੰਦ ਟਿਕਿਆ ਰਹਿ ਸਕਦਾ ਹੈ ਕੇਵਲ ਨਾਮ ਨਾਲ ਜੁੜ ਕੇ। ਤੇ ਨਾਮ ਕੀ ਹੈ, ਇਹ ਸਮਝਣ ਵਾਲੀ ਗੱਲਾਂ ਨੇ। ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਏਕੋ ਨਾਮ ਵਖਾਣੀ ਹੈ, ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦਿਆ ਬੁਝਾਏ ਜੀਓ। ਸਤਸੰਗਤ ਕਿਹੋ ਜਿਹੀ ਹੈ, ਜਿੱਥੇ ਕਿ ਨਾਮ ਜਪਿਆ ਜਾ, ਕੇਵਲ ਨਾਮ ਦੀ ਗੱਲ ਚੱਲ ਰਹੀ, ਉਹ ਸਤ ਸੰਗਤ ਹੈ, ਸਤ ਦੀ ਸੰਗਤ ਹੈ। ਔਰ ਗੁਸਤਾਖੀ ਮਾਫ਼ ਕਰਨਾ, ਅੱਜ ਅਸੀਂ ਦੇਖ ਰਹੇ ਹਾਂ ਗੁਰਦੁਆਰਿਆਂ ਵਿੱਚੋਂ ਸਤ ਸੰਗਤ ਘੱਟ ਹੋ ਰਹੀ ਹੈ, ਆਪਣੀ ਵਡਿਆਈ ਦੀ ਸੰਗਤ ਬੜੀ ਹੋ ਰਹੀ ਹੈ। ਮੈਂ ਤਾਂ ਫਲਾਣੀ ਕੰਟਰੀ ਗਿਆ ਸੀ, ਮੈਂ ਉੱਥੇ ਗਿਆ ਸੀ, ਮੈਂ ਉੱਥੇ ਬੀਬੀ ਮਿਲੀ, ਉੱਥੇ ਫਲਾਣਾ ਬੰਦਾ ਮਿਲਿਆ, ਮੈਂ ਉੱਥੇ ਇਹ ਆਖਿਆ। ਸਾਰੀ ਕਥਾਵਾਂ ਇਹੀ ਚੱਲ ਰਹੀਆਂ ਗੁਰਦੁਆਰਿਆਂ 'ਚ, ਔਰ ਵੱਡੇ ਵੱਡੇ ਇਤਿਹਾਸਿਕ ਗੁਰਦੁਆਰਿਆਂ ਵਿੱਚ ਸਭ ਕੁਝ ਇਹੀ ਚਲੀ ਜਾ ਰਿਹਾ ਹੈ। ਜਿਹੜੀ ਗੁਰੂ ਕੀ ਵਿਚਾਰਧਾਰਾ, ਗੁਰੂ का ਸਿਧਾਂਤ ਹੈ, ਇੱਥੇ ਆਪਣਾ ਆਪ ਤਾਂ ਜਣਾਣਾ ਹੀ ਨਹੀਂ ਸੀ ਕਿਸੇ ਨੇ। ਹਾਂ ਠੀਕ ਹੈ, ਕੋਈ ਗੱਲ ਕਿਸੇ ਨੂੰ ਸਮਝਾਉਣ ਲਈ ਆਖੀ ਜਾ ਸਕਦੀ ਹੈ, ਕੋਈ ਐਸੀ ਘਟਨਾ ਹੋਵੇ ਜਿਹਦੇ ਨਾਲ ਸਾਨੂੰ ਕੋਈ ਗਿਆਨ ਮਿਲੇ, ਸਾਡਾ ਇਹ ਮਨ ਜਿਹੜਾ ਕਿ ਖੁੱਟਰ ਖੋਤੇ ਵਰਗਾ ਬਣ ਗਿਆ, ਇਹ ਮੁੜ ਕੇ ਆਵੇ, ਫਿਰ ਤਾਂ ਸਹੀ ਹੈ। ਪਰ ਜੇ ਆਪਣੀ ਈਗੋ ਵਧਾਉਣ ਵਾਸਤੇ ਜਾਂ ਲੋਕਾਂ ਨੂੰ ਦਰਸਾਉਣ ਵਾਸਤੇ ਵੀ ਮੈਂ ਇਤਨੀ ਦੁਨੀਆ ਘੁੰਮਿਆ ਹੋਇਆ, ਇਤਨੇ ਦੇਸ਼ਾਂ 'ਚ ਗਿਆ ਹੋਇਆ, ਫਿਰ ਤਾਂ ਉਸ ਦਾ ਤਾਂ ਕੋਈ ਲਾਭ ਹੈ ਨਹੀਂ ਹੈ। ਇਸ ਕਰਕੇ ਗੁਰਦੇਵ ਪਿਤਾ ਸਾਨੂੰ ਇਹ ਬੜੇ ਪਿਆਰ ਨਾਲ ਸਮਝਾ ਰਹੇ ਨੇ ਕਿ ਜਿਸ ਨੂੰ ਤੂੰ ਆਪਣੇ ਨਾਮ ਦੁਆਰਾ ਆਨੰਦ ਦੀ ਦਾਤ ਬਖਸ਼ਦਾ ਹੈ, ਸੋਈ ਜਨ, ਉਹੀ ਸੇਵਕ ਇਸ ਨੂੰ ਪ੍ਰਾਪਤ ਕਰਦਾ ਹੈ। ਤੇ ਭਾਵੇ ਦਾ ਅਰਥ ਪ੍ਰਾਪਤ ਕਰਦਾ ਹੈ, ਭਾਵ ਪ੍ਰਾਪਤ ਕਰਕੇ ਉਹਨੂੰ ਮਾਣਦਾ ਹੈ। ਕਿਉਂਕਿ ਆਨੰਦ ਜਿਹੜਾ ਹੈ ਨਾ, ਉਹ ਅਸੀਂ ਮਾਣਨਾ ਹੈ। ਆਨੰਦ ਕਹਿਣ ਦੀ ਚੀਜ਼ ਨਹੀਂ ਹੈ, ਆਨੰਦ ਆਖਣ ਦੀ ਚੀਜ਼ ਨਹੀਂ। ਇਹ ਆਪਾਂ ਕੱਲ੍ਹ ਵਿਚਾਰਿਆ ਸੀ। ਆਨੰਦ ਨੂੰ ਮਾਣਿਆ ਜਾ ਸਕਦਾ ਹੈ, ਆਨੰਦ ਨੂੰ ਅਨੁਭਵ ਕੀਤਾ ਜਾ ਸਕਦਾ ਹੈ, ਆਨੰਦ ਦਿਖਾਇਆ ਵੀ ਨਹੀਂ ਜਾ ਸਕਦਾ। ਇਹ ਵੀ ਮੈਂ ਬੇਨਤੀ ਕਰਾਂ, ਕੋਈ ਆਖੇ ਦਿਖਾਓ ਆਨੰਦ, ਕਿੱਥੇ ਨਹੀਂ ਦਿਖਾਇਆ ਜਾ ਸਕਦਾ। ਇਹ ਤਾਂ ਬਿਲਕੁਲ ਇਸ ਤਰ੍ਹਾਂ ਹੀ ਹੈ ਜਿਵੇਂ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ। ਗੂੰਗੇ ਬੰਦੇ ਨੂੰ ਪੁੱਛੋ ਵੀ ਕਿੱਦਾਂ ਦਾ ਫੀਲ ਹੋ ਰਿਹਾ, ਉਹ ਨਹੀਂ ਦੱਸ ਸਕਦਾ ਗੁੜ ਖਾ ਕੇ। ਇਸ ਤਰ੍ਹਾਂ ਜਿਹੜੀ ਆਨੰਦ ਦੀ ਪ੍ਰਾਪਤੀ ਹੈ ਜਾਂ ਨਾਮ ਦੀ ਪ੍ਰਾਪਤੀ ਹੈ, ਇਹ ਦੱਸੀ ਹੀ ਨਹੀਂ ਜਾ ਸਕਦੀ। ਹਾਂ ਇਹ ਗੱਲ ਜ਼ਰੂਰ ਹੈ ਕਿ ਜਿਸ ਨੂੰ ਇਹ ਪ੍ਰਾਪਤ ਹੋ ਜਾਂਦਾ ਹੈ, ਉਹਦੇ ਹਾਵ ਭਾਵ, ਉਹਦਾ ਉੱਠਣਾ ਬੈਠਣਾ, ਉਹਦੀ ਬੋਲ ਚਾਲ, ਉਹਦੀ ਰਹਿਣੀ ਸਹਿਣੀ ਦੱਸ ਦਿੰਦੀ ਹੈ। ਬਸ ਇਤਨੀ ਜਿਹੀ ਗੱਲ ਹੈ। ਉਹ ਸਾਡੇ ਨਾਲੋਂ ਕੁਛ ਉੱਚਾ ਹੋ ਜਾਂਦਾ ਹੈ, ਉਹਨੂੰ ਸਭਨਾਂ ਦੀ ਫਿਕਰ ਹੋਣ ਲੱਗ ਪੈਂਦੀ ਹੈ। ਗੁਰੂ ਕਿਰਪਾ ਕਰੇ ਕਿਤੇ ਸਾਨੂੰ ਵੀ ਇਹ ਦਾਤ ਪ੍ਰਾਪਤ ਹੋ ਜਾਏ, ਅਸੀਂ ਵੀ ਇਹੋ ਜਿਹੇ ਕਰਮ ਕਰੀਏ ਜਿਨ੍ਹਾਂ ਕਰਮਾਂ ਸਦਕਾ, ਜਿਹੜੇ ਕਰਮ ਗੁਰੂ ਨੇ ਸਾਨੂੰ ਕਰਨ ਵਾਸਤੇ ਆਖਿਆ, ਤੇ ਗੁਰੂ ਜਦੋਂ ਸਾਡੇ ਉਹਨਾਂ ਕਰਮਾਂ ਨੂੰ ਵੇਖੇਗਾ ਵੀ ਜਿਵੇਂ ਮੈਂ ਆਖਿਆ ਸੀ ਸਿੱਖ ਉੱਦਾਂ ਦੀ ਕਾਰ ਕਰ ਰਿਹਾ ਹੈ, ਤੇ ਗੁਰੂ ਮਹਾਰਾਜ ਪ੍ਰਸੰਨ ਹੋ ਜਾਣਗੇ। ਸਾਡੇ ਅੰਦਰ ਦੀ ਕੋਈ ਖੋਟ ਵੀ ਹੋਏਗੀ, ਗੁਰੂ ਦੂਰ ਕਰ ਦੇਗਾ ਆਪਣੀ ਕਿਰਪਾ ਨਾਲ, ਆਪਣੀ ਬਖਸ਼ਿਸ਼ ਦੇ ਨਾਲ। ਆਪਣੀ ਗਲਵੱਕੜੀ ਵਿੱਚ ਸਤਿਗੁਰੂ ਜੀ ਲੈ ਲੈਣਗੇ, ਆਓ ਪਿਆਰ ਨਾਲ
ਇਹ ਪਾਵਨ ਪੌੜੀ ਦਾ ਪਾਠ ਕਰੀਏ। ਗੁਰੂ ਮਹਾਰਾਜ ਜੀ ਆਪ ਹੀ ਸਭ ਤੇ ਤਰਸ ਕਰਨ, ਮਿਹਰ ਕਰਨ ਕਿ ਅਸੀਂ ਇਸ ਉਪਦੇਸ਼ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲਈਏ ਜੀ। ਬਾਬਾ ਜਿਸ ਤੂੰ ਦੇਹੇ, ਬਾਬਾ ਜਿਸ ਤੂੰ ਦੇਹੇ, ਸੋਈ ਜਨ ਪਾਵੈ, ਸੋਈ ਜਨ ਪਾਵੈ। ਪਾਵੈ ਤਾ ਸੋ ਜਨ ਦੇਹੇ ਜਿਸਨੋ, ਪਾਵੈ ਤਾ ਸੋ ਜਨ ਦੇਹੇ ਜਿਸਨੋ। ਹੋਰ ਕਿਆ ਕਰਹਿ ਵਿਚਾਰਿਆ, ਹੋਰ ਕਿਆ ਕਰਹਿ ਵਿਚਾਰਿਆ। ਇਕ ਭਰਮ ਭੂਲੇ ਫਿਰੈ ਦਾਹਾਂ ਦਿਸ, ਇਕ ਭਰਮ ਭੂਲੇ ਫਿਰਹਿ ਦਾਹਾਂ ਦਿਸ। ਇਕ ਨਾਮ ਲਾਗ ਸਵਾਰਿਆ, ਇਕ ਨਾਮ ਲਾਗ ਸਵਾਰਿਆ। ਗੁਰ ਪ੍ਰਸਾਦੀ ਮਨ ਭਇਆ ਨਿਰਮਲ, ਗੁਰ ਪ੍ਰਸਾਦੀ ਮਨ ਭਇਆ ਨਿਰਮਲ। ਜਿਨਾ ਭਾਣਾ ਭਾਵੇ, ਜਿਨਾ ਭਾਣਾ ਪਾਵੇ। ਕਹਿ ਨਾਨਕ ਜਿਸ ਦੇਹੇ ਪਿਆਰੇ, ਕਹਿ ਨਾਨਕ ਜਿਸ ਦੇਹ ਪਿਆਰੇ। ਸੋਈ ਜਨ ਪਾਵੇ, ਸੋਈ ਜਨ ਪਾਵੇ। ਕਹਿ ਨਾਨਕ ਜਿਸ ਦੇਹੇ ਪਿਆਰੇ, ਕਹਿ ਨਾਨਕ ਜਿਸ ਦੇਹ ਪਿਆਰੇ। ਸੋਈ ਜਨ ਪਾਵੇ। ਸੋਈ ਜਨ ਪਾਵੇ। ਸੋ ਇੱਥੇ ਪਾਠ ਦਾ ਜ਼ਰੂਰ ਧਿਆਨ ਰੱਖਣਾ, ਇਹਨੂੰ ਦੇਹ ਪਾਠ ਨਹੀਂ ਕਰਨਾ। ਦੇਹ ਦਾ ਅਰਥ ਹੁੰਦਾ ਸਰੀਰ, ਥੋੜੀ ਬਿੰਦੀ ਲਾ ਕੇ ਦੇਹ, ਦੇਹ ਦਾ ਅਰਥ ਹੈ ਦਿਨ ਦਾ ਹੈ। ਦੇਹ ਕਰਕੇ ਪਾਠ ਨਹੀਂ ਕਰਾਂਗੇ। ਜਿਵੇਂ ਆਪਾਂ ਕਹਿੰਦੇ ਭਰੀ ਹੈ ਹੱਥ ਪੈਰ ਤਨ ਦੇਹ, ਦੇਹ ਦਾ ਅਰਥ ਹੈ ਸਰੀਰ, ਪਰ ਇੱਥੇ ਇੱਕ ਰਿਹਾ ਹੈ, ਸਰੀਰ ਵਾਸਤੇ ਨਹੀਂ ਆਇਆ। ਇਸ ਦਾ ਸਾਰਿਆਂ ਨੇ ਧਿਆਨ ਕਰਨਾ। ਗੁਰੂ ਕਿਰਪਾ ਕਰੇ ਇਤਨੀਆਂ ਬੇਨਤੀਆਂ ਪ੍ਰਵਾਨ। ਕੱਲ੍ਹ ਦੇ ਗੁਰਮਤਿ ਸਮਾਗਮ ਵਿਸ਼ੇਸ਼ ਤੌਰ ਤੋਂ 6 ਵਜੇ ਤੋਂ ਲੈ ਕੇ 9 ਵਜੇ ਤੱਕ ਹੋਣਗੇ। ਵੱਧ ਚੜ੍ਹ ਕੇ ਸਾਰਿਆਂ ਨੇ ਹਾਜ਼ਰੀਆਂ ਭਰਨੀਆਂ ਜੀ। ਇਤਨੀਆਂ ਬੇਨਤੀਆਂ ਪ੍ਰਵਾਨ ਕਰੋ। ਫਤਿਹ ਦੀ ਸਾਨ ਕਰੋ ਪਿਆਰ ਨਾਲ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ